ਸਾਡਾ ਸਜਣ ਪੰਜਾਬ ਵਾਂਗੂ ਸੋਹਣਾ ਵੇਖੀਏ ਤੇ ਮਨ ਠਰਦਾ ਕੋਈ ਜਦੋਂ ਵੀ ਪੰਜਾਬੀ ਬੋਲੇ ਮੂੰਹ ਵਿੱਚੋਂ ਖੰਡ ਕਿਰਦੀ। ਬਿਸਮਿਲ੍ਲਾਹਿਰਰਹਿਮਾਨਿਰਰਹੀਮ। FM ਪੰਜਾਬ ਰੰਗ 99.4 ਤੋਂ ਮੈਂ ਨਾਸਿਰ ਅਹਿਮਦ ਤੁਹਾਡੇ ਨਾਲ ਗੱਲ ਕਰ ਰਿਹਾ। ਰਾਵਲਪਿੰਡੀ, ਇਸਲਾਮਾਬਾਦ ਤੇ ਆਲ ਦਵਾਲ ਦੇ ਇਲਾਕਿਆਂ ਵਿੱਚ ਜਿੱਥੇ ਜਿੱਥੇ ਸਾਡੀ ਆਵਾਜ਼ ਪੜੀ ਹੈ, ਮੈਂ ਤੁਹਾਨੂੰ ਸਾਰਿਆਂ ਨੂੰ ਜੀ ਆਇਆਂ ਨੂੰ ਆਖਣਾ। ਲੋ ਜੀ, ਅੱਜ ਦੇਸੀ ਮਹੀਨੇ ਫੱਗਣ ਦੀ 4 ਤਾਰੀਖ ਹੋ ਗਈ ਹੈ ਤੇ ਸਰਦੀ ਦੀ ਸ਼ਿੱਦਤ 'ਚ ਵੀ ਕਾਫੀ ਹੱਦ ਤੱਕ ਕਮੀ ਆ ਚੁੱਕੀ ਹੈ ਔਰ ਮੌਸਮ ਬੜਾ ਖੁਸ਼ਗਵਾਰ ਹੈ। ਤੇ 16 ਫਰਵਰੀ ਜੁਮੇਰਾਤ ਦਾ ਦਿਹਾੜ ਤੇ ਅੱਜ ਦਾ ਜਿਹੜਾ ਦਿਹਾੜ ਹੈ 16 ਫਰਵਰੀ ਦਾ, ਇਹ ਕਾਫੀ ਹਵਾਲੇ ਨਾਲ ਬੜਾ ਅਹਿਮ ਹੈ। ਉਰਦੂ ਤੇ ਸਰਾਇਕੀ ਜ਼ੁਬਾਨ ਦਾ ਇੱਕ ਬਹੁਤ ਵੱਡਾ ਨਾਂ ਜੀ। ਸ਼ਾਇਰ ਨੇ ਉਸ ਨਕਾਦ, ਉਸਤਾਦ, ਨਾਵਲ ਨਿਗਾਰ ਤੇ ਮੁਤਰਜਮ ਦਿਲਸ਼ਾਦ ਕਲਾਂਚਵੀ ਸਾਹਿਬ, ਉਹਨਾਂ ਦੀ ਅੱਜ 26ਵੀਂ ਬਰਸੀ ਮਨਾਈ ਜਾ ਰਹੀ ਹੈ ਤੇ ਅਸੀਂ ਉਹਨਾਂ ਨੂੰ ਅੱਜ ਖਸੂਸੀ ਖਰਾਜ ਤਹਿਸੀਨ ਵੀ ਪੇਸ਼ ਕਰਾਂਗੇ। ਉਹਨਾਂ ਨੂੰ ਯਾਦ ਕਰਾਂਗੇ, ਉਹਨਾਂ ਦੇ ਕੀਤੇ ਹੋਏ ਅਦਬੀ ਕੰਮ ਨੂੰ ਜਿਹੜਾ ਹੈ ਉਹ ਅਸੀਂ ਯਾਦ ਕਰਾਂਗੇ। ਤੇ ਇਹਦੇ ਨਾਲ ਨਾਲ ਗੁਲੂਕਾਰ ਸ਼ਹਿਜ਼ਾਦ ਰਾਏ ਹੋਰਾਂ ਦਾ ਵੀ ਅੱਜ 44ਵਾਂ ਜਨਮ ਦਿਹਾੜ ਹੈ ਤੇ ਅਸੀਂ ਉਹਨਾਂ ਨੂੰ ਵੀ ਸਾਲਗਿਰਾ ਦੀਆਂ ਢੇਰੋ ਢੇਰ ਮੁਬਾਰਕਾਂ ਦਿੰਦੇ ਹਾਂ। ਪਰ ਇਹ ਜਿਹੜਾ ਖਸੂਸੀ ਸ਼ੋਅ ਲੈ ਕੇ ਤੁਹਾਡੀ ਖਿਦਮਤ 'ਚ ਅਸੀਂ ਹਾਜ਼ਰ ਹੋਏ ਹਾਂ, ਇਹਦੀ ਜਿਹੜਾ ਹੈ ਕਿ ਅੱਜ ਸਾਡੇ ਨਾਲ ਮੌਜੂਦ ਨੇ ਇੱਕ ਬੜੇ ਖਾਸ ਪ੍ਰਾਹੁਣੇ ਸਾਡੇ FM ਪੰਜਾਬ ਰੰਗ ਦੇ ਵਿਹੜੇ 'ਚ ਤਸ਼ਰੀਫ ਲੈ ਕੇ ਆਏ ਨੇ। ਬੁਨਿਆਦੀ ਤੌਰ ਤੇ ਸ਼ਾਇਰ ਨੇ ਤੇ ਇਹਦੇ ਨਾਲ ਨਾਲ ਇੱਕ ਬੈਨ ਅਲ-ਅਕਵਾਮੀ ਅਦਬੀ ਸਕਾਫਤੀ ਤੇ ਸਮਾਜੀ ਤਨਜ਼ੀਮ ਸੋਚ ਦੇ ਨਾਂ ਤੋਂ ਉਹਦੇ ਇਹ ਬਾਨੀ ਵੀ ਨੇ ਤੇ ਸਦਰ ਵੀ ਨੇ ਤੇ ਬੜੇ ਚੰਗੇ ਤਰੀਕੇ ਨਾਲ ਇਸ ਅਦਬੀ ਔਰ ਸਕਾਫਤੀ ਤਨਜ਼ੀਮ ਨੂੰ ਚਲਾ ਰਹੇ ਨੇ, ਇਹਦੇ ਮਾਮਲਾਤ ਵੇਖ ਰਹੇ ਨੇ। ਤੇ ਅਸੀਂ ਅੱਜ ਇਹਨਾਂ ਨਾਲ ਇਹਨਾਂ ਦੀ ਸ਼ਾਇਰੀ ਬਾਰੇ, ਇਹਨਾਂ ਦੀ ਖਿਆਤੀ ਬਾਰੇ, ਇਹਨਾਂ ਦੇ ਫਨ ਬਾਰੇ ਤੇ ਇਹਨਾਂ ਦੀ ਜਿਹੜੀ ਖਿਆਤੀ ਦੇ ਫਨ ਦੇ ਜਿਹੜੇ ਪੱਖ ਨੇ ਉਹਨਾਂ ਨੂੰ ਫਰੋਲਣ ਦੀ ਕੋਸ਼ਿਸ਼ ਕਰਾਂਗੇ, ਉਹਨਾਂ ਦੇ ਬਾਰੇ ਗੱਲਬਾਤ ਕਰਾਂਗੇ। ਤੁਸੀਂ ਵੀ ਸਾਡੇ ਸ਼ੋਅ ਦਾ ਹਿੱਸਾ ਬਣ ਸਕਦੇ ਹੋ। ਸਾਨੂੰ WhatsApp ਤੇ ਮੈਸੇਜ ਕਰ ਲਓ 05192919521 ਤੇ ਸਾਡਾ ਲੈਂਡਲਾਈਨ ਨੰਬਰ ਹੈ ਜੀ 05192919520 ਤੇ ਸਾਡੇ ਨਾਲ ਮੌਜੂਦ ਨੇ ਜੀ ਅੱਜ ਮੁਬਸ਼ਰ ਸਲੀਮ ਬਸ਼ਰ ਸਾਹਿਬ, ਜਿਸ ਤਰ੍ਹਾਂ ਕਿ ਮੈਂ ਤਾਰਫ ਕਰਾਇਆ ਜੀ, ਸ਼ਾਇਰ ਨੇ ਤੇ ਇੱਕ ਅਦਬੀ ਤਨਜ਼ੀਮ ਨੂੰ ਵੀ ਚਲਾ ਰਹੇ ਨੇ, ਸੂਫੀਜ਼ਮ ਨਾਲ ਬੜਾ ਲਗਾਓ ਰੱਖਦੇ ਨੇ, ਪੰਜਾਬੀ ਨਾਲ ਬੜਾ ਪਿਆਰ ਕਰਦੇ ਨੇ। ਤੇ ਮੁਬਸ਼ਰ ਸਲੀਮ ਬਸ਼ਰ ਸਾਹਿਬ, ਅਸੀਂ ਤੁਹਾਨੂੰ FM ਪੰਜਾਬ ਰੰਗ ਦੇ ਵਿਹੜੇ 'ਚ ਜੀ ਆਇਆਂ ਨੂੰ ਕਹਿੰਦੇ ਹਾਂ ਜੀ। ਬਹੁਤ ਸ਼ੁਕਰੀਆ ਨਾਸਿਰ ਭਾਈ, ਬਹੁਤ ਸ਼ੁਕਰੀਆ। ਔਰ ਮੈਂ ਤੁਹਾਡਾ ਖਸੂਸੀ ਸ਼ੁਕਰੀਆ ਅਦਾ ਕਰਨਾ ਕਿ ਤੁਸੀਂ ਪੰਜਾਬ ਰੰਗ ਦੇ ਵਿਹੜੇ 'ਚ ਅੱਜ ਮੈਨੂੰ ਦਾਵਤ ਦਿੱਤੀ ਤੇ ਅੱਜ ਮੇਰੀ ਜਿਹੜੀ ਸੋਚ ਹੈ ਉਹ ਲੋਕਾਂ ਤੱਕ ਤੇ ਸੁਣਨ ਵਾਲਿਆਂ ਤੱਕ ਪਹੁੰਚੇਗੀ ਇਨਸ਼ਾਅੱਲਾ। ਤੁਹਾਡੇ ਤਵੱਸਤ ਤੋਂ ਤੁਹਾਡੀ ਸੋਚ ਵੀ ਪਹੁੰਚੇਗੀ ਔਰ ਤੁਹਾਡੀ ਸ਼ਾਇਰੀ ਵੀ ਅਸੀਂ ਸੁਣਾਂਗੇ ਨਾ ਇਨਸ਼ਾਅੱਲਾ। ਤੇ ਸੁਣਨ ਨਾਲ ਦੱਸਦਾ ਚੱਲਾਂ ਕਿ ਮੁਬਸ਼ਰ ਸਾਹਿਬ ਜਿਹੜੇ ਨੇ ਇਹਨਾਂ ਦੀ ਪਹਿਲੀ ਕਿਤਾਬ ਉਸੇ ਸ਼ਾਇਦ ਮੁਹੱਬਤ ਹੋਗੀ ਤੇ ਇਹ ਤਾਬਿਰ ਸਾਹਿਬ ਟਾਈਟਲ ही बड़ा दिलचस्प है, शायद मोहब्बत हो गई है कथा कलामी उससे शायद मोहब्बत हो गई है। ਇਹ ਕਿਤਾਬ 2005 ਵਿੱਚ ਛਾਇਆ ਹੋ ਚੁੱਕੀ ਹੈ ਤੇ ਪੰਜਾਬੀ ਦੀ ਇਹਨਾਂ ਦੀ ਕਿਤਾਬ ਆ ਰਹੀ ਹੈ, ਉਹ ਵੀ ਅਸੀਂ ਇਹਨਾਂ ਕੋਲ ਪੁੱਛਾਂਗੇ। ਤੇ ਇਹਦੇ ਨਾਲ ਨਾਲ ਇੱਕ ਇੰਤਖਾਬ ਵੀ ਇਹਨਾਂ ਦਾ ਛਪ ਚੁੱਕਿਆ ਹੈ, ਅਮਰ ਗਜ਼ਲਾਂ ਉਰਦੂ ਦੀ ਕਿਤਾਬ ਹੈ ਇਹਦੇ ਨਾਂ ਤੋਂ। ਤੇ ਸਭ ਤੋਂ ਪਹਿਲੇ ਅਸੀਂ ਗੱਲਬਾਤ ਦਾ ਆਗਾਜ਼ ਕਰਨੇ ਆ। ਮੁਬਸ਼ਰ ਸਲੀਮ ਬਸ਼ਰ ਸਾਹਿਬ, ਸਾਡੇ ਸੁਣਨ ਵਾਲਿਆਂ ਲਈ ਇਹ ਦੱਸੋ ਕਿ ਤੁਹਾਡੀ ਜਿਹੜੀ ਜਨਮ ਭੂਮੀ ਹੈ ਯਾਨੀ ਕਿ ਤੁਹਾਡੀ ਜੰਮਪਲ ਉਹ ਕਿੱਥੋਂ ਦੀ ਹੈ ਤੇ ਆਪਣੀ ਮੁੱਢਲੀ ਤਾਲੀਮ ਦੇ ਬਾਰੇ ਦੱਸੋ। ਮੈਂ ਜੀ ਰਾਵਲਪਿੰਡੀ 'ਚ ਹੀ ਮੇਰੀ ਪੈਦਾਇਸ਼ ਹੋਈ ਤੇ ਇੱਥੇ ਹੀ ਅੱਜ ਤੱਕ ਜਿਹੜਾ ਨਾ ਸਾਰਾ ਸਿਲਸਿਲਾ ਵੀ ਤੇ ਇਬਤਦਾਈ ਜਿਹੜੀ ਤਾਲੀਮ ਹੈ ਉਹ ਸਾਡਾ ਸਕੂਲ ਸੀ ਲਰਨਰ ਸੈਕੰਡਰੀ ਸਕੂਲ, ਉੱਥੋਂ ਮੈਟ੍ਰਿਕ ਕੀਤਾ। ਫਿਰ ਪੰਜਾਬ ਕਾਲਜ ਤੋਂ ਡਿਗਰੀ ਕਾਲਜ ਤੋਂ FA ਤੇ BA ਕੀਤਾ ਤੇ ਉਸ ਤੋਂ ਬਾਅਦ ਪੰਜਾਬ ਯੂਨੀਵਰਸਿਟੀ ਤੋਂ MA ਉਰਦੂ ਕੀਤਾ। ਤੇ ਬਾਕੀ ਜਿਹੜਾ ਤੁਸੀਂ ਇਹ ਕਹਿੰਦੇ ਹੋ ਕਿ ਲਿਖਣ ਦਾ ਜਿਹੜਾ ਸਿਲਸਿਲਾ ਸੀ ਉਹ ਸਕੂਲ ਦੌਰ ਤੋਂ ਮੇਰਾ ਸ਼ੁਰੂ ਹੋ ਗਿਆ ਸੀ। ਅੱਛਾ, ਅਸੀਂ ਤੁਹਾਡੇ ਕੋਲ ਲਿਖਣ ਦਾ ਵੀ ਪੁੱਛਾਂਗੇ, ਲੇਕਿਨ ਜਿਹੜਾ MA ਉਰਦੂ ਤੁਸੀਂ ਕੀਤਾ ਇਹ ਤੁਹਾਡੀ ਆਪਣੀ ਜ਼ਾਤੀ ਦਿਲਚਸਪੀ ਸੀ, ਅਦਬ ਨਾਲ ਲਗਾਓ ਸੀ, ਜਾਂ ਤੁਹਾਡੇ ਘਰ ਦਾ ਕੋਈ ਮਾਹੌਲ ਐਸਾ ਸੀ ਜਾਂ ਤੁਹਾਡੇ ਅਸਾਤਜ਼ਾ ਵਿੱਚੋਂ ਕੋਈ ਐਸਾ ਬੰਦਾ ਜਿਹਨੇ ਤੁਹਾਨੂੰ ਇਸ ਅਦਬ ਵੱਲ ਲੈ ਕੇ ਆਂਦਾ ਕਿ ਤੂੰ ਉਰਦੂ ਸਿਲੈਕਟ ਕਰ? ਹਾਲਾਂਕਿ ਦੇਖੋ ਅੱਜ ਕੱਲ੍ਹ ਬੱਚੇ ਸਾਇੰਸ ਦੀ ਤਾਲੀਮ ਵੀ ਹਾਸਲ ਕਰ ਰਹੇ ਨੇ, ਹੋਰ ਦੂਸਰੇ ਮਜ਼ਾਮੀਨ ਨੇ, ਤੇ ਉਰਦੂ ਦਾ ਜਿਹੜਾ ਤੁਸੀਂ ਐਡਮਿਸ਼ਨ ਲਿਆ ਇਹਦੀ ਜ਼ਰਾ ਸਾਨੂੰ ਕਹਾਣੀ ਸੁਣਾਓ। ਅਸਲ ਵਿੱਚ ਇਹ ਹੈ ਨਾ ਕਿ ਤੁਹਾਡੀ ਮਿਲਾਨ, ਤੁਹਾਡੀ ਤਬਾ ਜਿਹੜੀ ਹੈ ਉਹ ਜਿਸ ਪਾਸੇ ਜਾਵੇ ਉਹ ਲਾਜ਼ਮੀ ਤੌਰ ਤੇ ਤੁਹਾਨੂੰ ਉਹ ਇੰਤਖਾਬ ਕਰਨਾ ਚਾਹੀਦਾ ਹੈ। ਤੇ ਮੇਰਾ ਮਤਲਬ ਬਚਪਨ ਤੋਂ ਹੀ ਇੱਕ ਸਿਲਸਿਲਾ ਸੀ ਕਿ ਕੁਝ ਲੋਕ ਹੁੰਦੇ ਨੇ ਕਿ ਕਿਸੇ ਏਜ ਵਿੱਚ ਜਾ ਕੇ ਉਹ ਸ਼ੇਰ ਓ ਅਦਬ ਨਾਲ ਉਹਨਾਂ ਦਾ ਮਤਲਬ ਵਾਬਸਤਗੀ ਹੁੰਦੀ ਹੈ, ਲੇਕਿਨ ਮੇਰਾ ਕੁਝ ਇਸ ਤਰ੍ਹਾਂ ਸੀ ਕਿ ਕੁਝ ਸ਼ਾਇਰ ਐਸੇ ਹੁੰਦੇ ਨੇ ਕਿ ਜਿਹੜੇ ਮਤਲਬ ਬਾਏ ਬਰਥ ਸ਼ਾਇਰ ਹੁੰਦੇ ਨੇ। ਤੇ ਮੇਰੇ ਨਾਲ ਇਹ ਸਿਲਸਿਲਾ ਸੀ ਕਿ ਮੈਂ ਬਚਪਨ ਤੋਂ ਹੀ ਸ਼ੇਰ ਓ ਅਦਬ ਨਾਲ ਨਾ ਇੱਕ ਲਗਾਓ ਰਿਹਾ ਤੇ ਸਕੂਲ ਦੌਰ ਵਿੱਚ ਹੀ ਬਜ਼ਮੇ ਅਦਬ ਦਾ ਜਿਹੜਾ ਪੀਰੀਅਡ ਹੁੰਦਾ ਸੀ ਉਸ ਵਿੱਚ ਮੈਂ ਸ਼ੇਰ ਲਿਖ ਕੇ ਤੇ ਸੁਣਾਣੇ। ਤੇ ਬਹੁਤ ਛੋਟੀ ਏਜ ਵਿੱਚ ਮਤਲਬ ਪਹਿਲੀ ਜਾਂ ਦੂਸਰੀ ਕਲਾਸ ਦਾ ਇਹ ਟਾਈਮ ਹੋਏਗਾ
ਕਿ ਜਦੋਂ ਮੈਂ ਇੱਕ ਤਰਾਨਾ ਲਿਖਿਆ ਸਕੂਲ ਦਾ, ਵਾਹ ਇਹ ਹੈ ਲਰਨਰ ਸੈਕੰਡਰੀ ਸਕੂਲ ਜੈਸੇ ਕਲੀਆਂ ਜੈਸੇ ਫੂਲ। ਵਾਹ ਵਾਹ ਤੇ ਮਤਲਬ ਇਤਨੀ अर्ਲੀ ਏਜ ਵਿੱਚ ਤੁਹਾਨੂੰ, ਔਰ ਇੱਕ ਚੀਜ਼ ਅੱਲਾ ਦਾ ਕਰਮ ਹੈ ਕਿ ਉਹ ਹਰ ਚੀਜ਼ ਨਾ ਵਜ਼ਨ ਔਰ ਬਹਿਰ ਵਿੱਚ ਹੀ ਹੁੰਦੀ ਸੀ, ਮੀਟਰ ਵਿੱਚ ਹੁੰਦੀ ਸੀ। ਵਾਹ ਵਾਹ ਉਸ ਟਾਈਮ ਪਤਾ ਤੇ ਨਹੀਂ ਹੁੰਦਾ ਸੀ ਨਾ ਚੀਜ਼ਾਂ ਦਾ, ਲੇਕਿਨ ਉਹ ਅੱਜ ਫੀਲ ਹੁੰਦਾ ਕਿ ਯਾਰ ਉਹ ਸ਼ਾਇਦ ਨਾ ਉਹ ਕੁਝ ਖਾਸ ਅੱਲਾ ਦੀ ਕਰਮ ਨਵਾਜ਼ੀ ਸੀ ਕਿ ਉਹ ਚੀਜ਼ਾਂ ਮੀਟਰ ਹੀ ਚਾਹੁੰਦੀਆਂ ਸਨ। ਬਿਲਕੁਲ। ਤੇ ਇਹ ਸਿਲਸਿਲਾ ਜਿਹੜਾ ਔਰ ਇਹ ਰੱਬ ਦੀ ਕਿਤਨੀ ਕਰਮ ਨਵਾਜ਼ੀ ਸੀ ਕਿ ਤੁਸੀਂ ਨਿੱਕੀ ਜਿਹੀ ਉਮਰ 'ਚ ਜਾਂਚ ਲਿਆ ਸੀ ਕਿ ਮੇਰੀ ਲਾਈਕਸ ਔਰ ਡਿਸਲਾਈਕਸ ਕੀ ਨੇ, ਹੈ ਨਾ। ਬਿਲਕੁਲ ਐਸੀ ਗੱਲ ਹੈ ਜਿਹੜਾ ਇਹ ਹੈ ਕਿ ਉਹ ਰੱਬ ਦੀ ਅਤਾ ਸੀ, ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ ਕਿ ਨਿੱਕੀ ਉਮਰ ਤੋਂ ਤੁਸੀਂ ਬੜੇ ਅੱਛੇ ਤਰੀਕੇ ਨਾਲ ਜਿਹੜਾ ਨਾ ਸ਼ਾਇਰੀ। ਬਿਲਕੁਲ ਐਸਾ ਸਿਲਸਿਲਾ ਕਿ ਇੱਕ ਸਾਡੇ ਟੀਚਰ ਹੁੰਦੇ ਸਨ ਸਰ ਫਰਿਆਦ ਅਲੀ ਜ਼ਾਹਿਦ ਸਾਹਿਬ, ਲਾ ਕਰ ਰਹੇ ਸਨ, ਤੇ ਉਹ ਮਤਲਬ ਉਹਨਾਂ ਚੀਜ਼ਾਂ ਨੂੰ ਨਾ ਉਹ ਕਿਉਂਕਿ ਅਦਬੀ ਜ਼ੌਕ ਰੱਖਦੇ ਸਨ, ਤੇ ਉਹ ਮੈਨੂੰ ਉਹਨਾਂ ਨੇ ਬੜਾ ਪਾਲਿਸ਼ ਕੀਤਾ। ਉਹ ਕਹਿੰਦੇ ਸਨ ਕਿ ਯਾਰ ਤੂੰ ਲਾਜ਼ਮੀ ਤੌਰ ਤੇ ਲਿਖਿਆ ਕਰ ਜੀ, ਤੁਸੀਂ ਲਾਜ਼ਮੀ ਤੌਰ ਤੇ ਲਿਖਣਾ ਤੁਹਾਡਾ ਬਹੁਤ ਅੱਛਾ ਕੰਮ ਹੈ, ਤੁਸੀਂ ਮਤਲਬ ਜਿਹੜਾ ਕੁਝ ਸੁਣਾਉਂਦੇ ਹੋ। ਤੇ ਇੱਕ ਸਾਡੇ ਦੋਸਤ ਸਨ, ਉਹਨਾਂ ਦੀ ਵਾਲਦਾ ਅਦਬ ਤੋਂ ਬੜਾ ਲਗਾਓ ਰੱਖਦੇ ਸਨ, ਤੇ ਉਹ ਮੈਨੂੰ ਬੜੀ ਸ਼ਾਬਾਸ਼ੀ ਦਿੰਦੇ ਹੁੰਦੇ ਸਨ ਕਿ ਬੇਟਾ ਆਪਨੇ ਬੜਾ ਅੱਛਾ ਕੰਮ ਕੀਤਾ, ਤੁਸੀਂ ਬੜਾ ਅੱਛਾ ਲਿਖਦੇ ਹੋ, ਤੁਸੀਂ ਇਹ ਲਿਖਦੇ ਰਹਿਣਾ। ਤੇ ਉਹ ਇੱਕ ਮੋਟੀਵੇਸ਼ਨ ਤੇ ਇੱਕ ਸ਼ਾਬਾਸ਼ੀ ਜਿਹੜੀ ਸੀ ਉਹ ਮੈਨੂੰ ਨਾਲ ਜਿਹੜਾ ਨਾ ਲੈ ਕੇ ਚੱਲਦੀ। ਤੇ ਘਰ ਚੋਂ ਵੀ ਤੁਹਾਨੂੰ ਹੌਸਲਾ ਅਫਜ਼ਾਈ ਬਿਲਕੁਲ ਲਾਜ਼ਮੀ ਗੱਲ ਹੈ ਕਿ ਮਾਵਾਂ ਦਾ ਦਿਲ ਹੁੰਦਾ ਨਾ ਸਾਡਾ ਪੁੱਤਰ ਇੰਜੀਨੀਅਰ ਬਣੇ, ਡਾਕਟਰ ਬਣੇ, ਹੈ ਨਾ। ਨਹੀਂ, ਲਾਜ਼ਮੀ ਗੱਲ ਹੈ ਕਿ ਘਰ ਚੋਂ ਵੀ ਤੁਹਾਨੂੰ ਜਦੋਂ ਸਪੋਰਟ ਹੋਵੇ। ਮੇਰੇ ਸਾਰੇ ਘਰ ਵਾਲੇ ਜਿਹੜੇ ਨਾ ਉਹ ਅਦਬ ਨਾਲ ਬੜੀ ਮੁਹੱਬਤ ਤੇ ਬੜਾ ਪਿਆਰ ਰੱਖਦੇ ਨੇ ਜੀ, ਤੇ ਬੜਾ ਪੜ੍ਹਦੇ ਨੇ, ਬੜੇ ਪੜ੍ਹੇ ਲਿਖੇ ਨੇ ਸਾਰੇ ਮਾਸ਼ਾਅੱਲਾ, ਤੇ ਉਹ ਘਰੋਂ ਵੀ ਜਿਹੜਾ ਨਾ ਇੱਕ ਬੜੀ ਸਪੋਰਟ ਮਿਲੀ ਤੇ ਬੜੀ ਸ਼ਾਬਾਸ਼ੀ ਮਿਲੀ। ਇਹ ਤੇ ਬੜੀ ਚੰਗੀ ਗੱਲ ਹੈ। ਤੇ ਲੋ ਜੀ, ਮੈਂ ਸੁਣਨ ਵਾਲਿਆਂ ਨੂੰ ਦੱਸਦਾ ਚੱਲਾਂ ਕਿ ਸਾਡੇ ਨਾਲ ਮੌਜੂਦ ਨੇ ਮੁਬਸ਼ਰ ਸਲੀਮ ਬਸ਼ਰ ਸਾਹਿਬ, ਸ਼ਾਇਰ ਨੇ, ਤੇ ਇਹਦੇ ਨਾਲ ਇੱਕ ਤਨਜ਼ੀਮ ਸੋਚ ਜਿਹੜੀ ਕਿ ਬੈਨ ਅਲ-ਅਕਵਾਮੀ ਅਦਬੀ ਸਕਾਫਤੀ ਤੇ ਸਮਾਜੀ ਤਨਜ਼ੀਮ ਹੈ, ਉਹਦੇ ਬਾਨੀ ਤੇ ਸਦਰ ਨੇ। ਬੜੇ ਅਹਿਸਨ ਤਰੀਕੇ ਨਾਲ ਇਸ ਤਨਜ਼ੀਮ ਨੂੰ ਚਲਾ ਰਹੇ ਨੇ। ਤੁਸੀਂ ਵੀ ਸਾਡੇ ਮੈਸੇਜ ਵਿੱਚ ਆਪਣੇ ਵਿਚਾਰ ਸਾਂਝੇ ਕਰਨਾ ਚਾਹੁੰਦੇ ਹੋ ਜਾਂ ਕੋਈ ਗੱਲਬਾਤ ਕਰਨਾ ਚਾਹੁੰਦੇ ਹੋ, ਰਲਤ ਕਰਨਾ ਚਾਹੁੰਦੇ ਹੋ, ਤੇ ਸਾਨੂੰ ਮੈਸੇਜ ਕਰ ਲਓ ਸਾਡੇ WhatsApp ਨੰਬਰ 051 9291 ਤੇ ਸਾਨੂੰ ਕਾਲ ਕਰੋ ਸਾਡੇ ਲੈਂਡਲਾਈਨ ਨੰਬਰ 051 9291 ਤੇ ਸ਼ੋਅ ਦਾ ਆਗਾਜ਼ ਕਰਨਾ ਇੱਕ ਸੁਫਿਆਨਾ ਕਲਾਮ ਨਾਲ, ਫਿਰ ਪਰਤ ਕੇ ਆਨੇ ਵਾਪਸ ਸੁਣਦੇ ਰਹਿਣਾ FM ਪੰਜਾਬ ਰੰਗ 99.4। ਜੀ, ਅਸੀਂ ਪਰਤ ਕੇ ਆ ਗਏ ਹਾਂ, ਤੁਸੀਂ ਸੁਣ ਰਹੇ ਹੋ FM ਪੰਜਾਬ ਰੰਗ 99.4 ਤੇ ਮੈਂ ਨਾਸਿਰ ਅਹਿਮਦ। ਅੱਜ ਦੇ ਸਾਡੇ ਪ੍ਰਾਹੁਣੇ ਬਹੁਤ ਵੱਡੇ ਸ਼ਾਇਰ ਨੇ, ਮੰਨੇ ਪਰਮੰਨੇ ਸ਼ਾਇਰ। ਇਹਨਾਂ ਦੀ ਉਰਦੂ ਦੀ ਕਿਤਾਬ ਜਿਹੜੀ ਹੈ ਉਸੇ ਸ਼ਾਇਦ ਮੁਹੱਬਤ ਹੋ ਗਈ ਹੈ, ਇਹ 2005 ਵਿੱਚ ਸ਼ਾਇਆ ਹੋ ਚੁੱਕੀ ਹੈ, ਤੇ ਪੰਜਾਬੀ ਦੀ ਕਿਤਾਬ ਆ ਰਹੀ ਹੈ, ਇੱਕ ਇੰਤਖਾਬ ਵੀ ਛਪ ਚੁੱਕਿਆ ਜੀ ਅਮਰ ਗਜ਼ਨੀ ਦੇ ਨਾਂ ਤੋਂ। ਤੇ ਇਹਦੇ ਨਾਲ ਜਿਹੜਾ ਹੈ ਇੱਕ ਬੈਨ ਅਲ-ਅਕਵਾਮੀ ਅਦਬੀ ਤੇ ਸਕਾਫਤੀ ਤੇ ਸਮਾਜੀ ਤਨਜ਼ੀਮ ਵੀ ਚਲਾ ਰਹੇ ਨੇ ਸੋਚ ਦੇ ਨਾਂ ਤੋਂ। ਤੇ ਤੁਸੀਂ ਵੀ ਸਾਡੇ ਸ਼ੋਅ ਦਾ ਹਿੱਸਾ ਬਣ ਸਕਦੇ ਹੋ, ਸਾਨੂੰ ਮੈਸੇਜ ਕਰ ਲਓ 051 9291 521 ਤੇ। ਬਹੁਤ ਸਾਰੇ ਲੋਕੀ ਸਾਡੇ ਨਾਲ ਰਾਬਤਾ ਕਰ ਰਹੇ ਨੇ। ਜ਼ੇਬਾ ਖਾਤੂਨ ਹੋਰਾਂ ਨੇ ਰਾਬਤਾ ਕੀਤਾ ਤੇ ਉਹ ਮੁਬਸ਼ਰ ਸਾਹਿਬ ਤੁਹਾਨੂੰ ਜੀ ਆਇਆਂ ਨੂੰ ਕਹਿ ਰਹੇ ਨੇ। ਜੀ ਬਹੁਤ ਸ਼ੁਕਰੀਆ ਜੀ, ਸਲਾਮਤ ਰਹੋ। ਹਾਂ, ਤੇ ਸ਼ਫੀਕ ਸਾਹਿਬ ਤੇ ਉਹਨਾਂ ਦੇ ਸਾਥੀ ਜਿਹੜੇ ਨੇ ਇਹ ਆਪਣੀ ਵਰਕਸ਼ਾਪ ਵਿੱਚ ਬਹਿ ਕੇ ਸਾਡਾ ਪ੍ਰੋਗਰਾਮ ਸੁਣ ਰਹੇ ਨੇ। ਸ਼ਫੀਕ ਸਾਹਿਬ, ਤੁਸੀਂ ਸਾਡਾ ਮਾਣ ਹੋ, ਜਦ ਤੱਕ ਤੁਹਾਡਾ ਮੈਸੇਜ ਨਹੀਂ ਆਉਂਦਾ ਸਾਨੂੰ ਚੈਨ ਨਹੀਂ ਆਉਂਦਾ। ਕੀ ਬਾਤ ਹੈ। ਤੇ ਤੁਸੀਂ ਮੈਸੇਜ ਕਰਦੇ ਹੋ, ਸਾਨੂੰ ਹੌਸਲਾ ਅਫਜ਼ਾਈ ਮਿਲਦੀ ਹੈ। ਤੇ ਸ਼ਫੀਕ ਸਾਹਿਬ ਕਹਿ ਰਹੇ ਨੇ ਕਿ ਜੀ ਮੁਬਸ਼ਰ ਸਲੀਮ ਹੋਰਾਂ ਨੂੰ ਅਸੀਂ ਜੀ ਆਇਆਂ ਨੂੰ ਕਹਿੰਦੇ ਆ, ਤੇ ਉਹ ਉਡੀਕ ਰਹੇ ਨੇ ਕਿ ਮੁਬਸ਼ਰ ਸਾਹਿਬ ਨੂੰ ਤੁਸੀਂ ਦਰਖਾਸਤ ਕਰੋ ਕਿ ਆਪਣਾ ਜਿਹੜਾ ਹੈ ਉਹ ਕਲਾਮ ਵੀ ਸੁਣਾਉਣ। ਤੇ ਬਿਲਕੁਲ ਜ਼ਰੂਰ ਸੁਣਾਵਾਂਗੇ ਜੀ, ਅਸੀਂ ਉਹਨਾਂ ਨੂੰ ਇਸੇ ਵਾਸਤੇ ਅੱਜ ਬੁਲਾਇਆ, ਤੇ ਬਿਲਕੁਲ ਉਹ ਉਹਨਾਂ ਦਾ ਕਲਾਮ ਬਿਲਕੁਲ ਤਿਆਰ ਹੈ, ਸਾਡੇ ਕਹਿਣੇ ਦੀ ਦੇਰ ਹੈ। ਤੇ ਇਹਦੇ ਨਾਲ ਸਾਨੂੰ ਲੁਕਮਾਨ ਸਾਹਿਬ ਵੀ ਸੁਣ ਰਹੇ ਨੇ। ਤੇ ਮੁਬਸ਼ਰ ਸਲੀਮ ਬਸ਼ਰ ਸਾਹਿਬ, ਤੁਸੀਂ ਸਭ ਤੋਂ ਪਹਿਲੇ ਸਾਨੂੰ ਇਹ ਦੱਸੋ ਕਿ ਤੁਹਾਨੂੰ ਯਾਦ ਹੈ ਤੁਸੀਂ ਲਿਖਣ ਦਾ ਆਗਾਜ਼ ਜਦੋਂ ਕੀਤਾ ਤੇ ਸਭ ਤੋਂ ਪਹਿਲੀ ਜਿਹੜੀ ਕੋਈ ਚੀਜ਼ ਲਿਖੀ, ਇੱਕ ਤੇ ਤੁਸੀਂ ਜ਼ਿਕਰ ਕਰ ਚੁੱਕੇ ਹੋ ਕਿ ਸਕੂਲ ਦੇ ਵਿੱਚ ਤੁਸੀਂ ਕੁਝ ਲਿਖਿਆ ਸੀ, ਤੇ ਜਿਹੜੀ ਪਹਿਲੀ ਚੀਜ਼ ਲਿਖੀ ਹੈ ਉਹ ਸਾਡੇ ਨਾਲ ਅੱਜ ਸਾਂਝੀ ਕਰ ਸਕਦੇ ਹੋ? ਜੀ, ਉਹ ਮੈਂ ਜਿਸ ਤਰ੍ਹਾਂ ਦੱਸਿਆ ਨਾ ਕਿ ਬਚਪਨ ਦੇ ਜ਼ਮਾਨੇ ਤੋਂ ਹੀ ਲਿਖ ਰਹੇ ਹਾਂ, ਤੇ ਉਹ ਤਰਾਨਾ ਜਿਸ ਤਰ੍ਹਾਂ ਲਿਖਿਆ ਸਕੂਲ ਦਾ, ਔਰ ਇਸ ਤਰ੍ਹਾਂ ਦੀ ਮਤਲਬ ਚੀਜ਼ਾਂ ਲਿਖਦਾ ਰਿਹਾ ਛੋਟੀ ਬੱਚਿਆਂ ਵਾਸਤੇ। ਲੇਕਿਨ ਬਹੁਤ ਸਾਰੀਆਂ ਐਸੀਆਂ ਚੀਜ਼ਾਂ ਨੇ ਕਿ ਜਿਹੜੀਆਂ ਹੁਣ ਮੈਨੂੰ ਯਾਦ ਵੀ ਨਹੀਂ, ਲੇਕਿਨ ਸਕੂਲ ਦੇ ਦੌਰ 'ਚ ਨਾ ਮੈਂ ਬੱਚਿਆਂ ਦੇ ਉੱਤੇ ਹੀ ਕੁਝ ਇਸ ਤਰ੍ਹਾਂ ਦੀਆਂ ਨਜ਼ਮਾਂ ਵੀ ਲਿਖੀਆਂ ਜਿਹੜੀ ਮਜ਼ਾਹੀਆਂ ਵੀ ਸਨ। ਅੱਛਾ। ਹਾਂ, ਤੇ ਬਜ਼ਮੇ ਅਦਬ ਦੇ ਪੀਰੀਅਡ ਵਿੱਚ ਪੜ੍ਹਨੀ ਆ, ਤੇ ਮੈਂ ਜਿਸ ਤਰ੍ਹਾਂ ਦੱਸ ਵੀ ਰਿਹਾ ਸਾਂ ਕਿ ਇੱਕ ਤਰਤੀਬ ਵਾਰ ਨਾ ਬਹੁਤ ਸਾਰਾ ਕੰਮ ਐਸਾ ਹੈ ਕਿ ਜਿਹੜਾ ਲਿਖਦੇ ਚਲੇ ਗਏ, ਲੇਕਿਨ ਹੁਣ ਦੇ ਕੰਮ ਵਿੱਚ ਤੇ ਉਹ ਬਚਪਨ ਦੇ ਕੰਮ ਵਿੱਚ ਇੱਕ ਬੜਾ ਵੱਡਾ ਜ਼ਾਹਿਰੀ ਗੱਲ ਹੈ ਕਿ ਫਰਕ ਆ ਜਾਂਦਾ। ਤੇ ਉਹ ਉਸ ਦੌਰ ਦੀਆਂ ਚੀਜ਼ਾਂ ਤੇ ਮੈਨੂੰ ਉਸ ਤਰ੍ਹਾਂ ਯਾਦ ਨਹੀਂ ਨੇ। ਅੱਛਾ। ਲੇਕਿਨ ਹੁਣ ਮੌਜੂਦਾ ਦੌਰ ਦੀਆਂ ਜਿਹੜੀਆਂ ਚੀਜ਼ਾਂ ਤੇ ਉਹ ਕਹਿੰਦੇ ਹੋ ਤੇ ਤੁਹਾਨੂੰ ਸੁਣਾਉਂਦੇ ਹਾਂ। ਜੀ ਬਿਲਕੁਲ ਸੁਣਾਂਗੇ। ਤੇ ਮੁਬਸ਼ਰ ਸਲੀਮ ਸਾਹਿਬ, ਸਾਡੇ ਸੁਣਨ ਵਾਲਿਆਂ ਲਈ ਇਹ ਦੱਸੋ ਕਿ ਇਹ ਜਿਹੜਾ ਬਚਪਨ 'ਚ ਤੁਸੀਂ ਦੱਸ ਦਿੱਤਾ ਹੈ ਕਿ ਤੁਹਾਨੂੰ ਜਿਹੜਾ ਨਾ ਉਹ ਉਰਦੂ ਹੀ ਪੜ੍ਹਨ ਦਾ ਸ਼ੌਕ ਸੀ, ਇਹ ਤਾਂ ਅਸੀਂ ਤੁਹਾਡੇ ਕੋਲ ਪੁੱਛ ਲਿਆ। ਤੇ ਤੁਸੀਂ ਇਹ ਦੱਸੋ ਕਿ ਕਦੀ ਇੰਜ ਹੁੰਦਾ ਹੈ ਕਿ ਤੁਸੀਂ ਜਿਹੜੇ ਆਪਣਾ ਨਜ਼ਮ ਜਾਂ ਕੋਈ ਗਜ਼ਲ ਲਿਖ ਰਹੇ ਹੋ ਤੇ ਗੱਲ ਜਿਹੜੀ ਹੈ ਉਹ ਮਤਲੇ ਤੋਂ ਅੱਗੇ ਨਾ ਵਧੇ,
ਕਦੇ ਇੰਜ ਹੁੰਦਾ ਤੁਹਾਡੇ ਨਾਲ? ਬਿਲਕੁਲ ਇਸ ਤਰ੍ਹਾਂ ਇੱਕ ਵਾਰੀ ਇਸ ਤਰ੍ਹਾਂ ਦਾ ਸਿਲਸਿਲਾ ਸੀ ਕਿ ਪੰਜਾਬੀ ਲਿਖਣਾ ਮੇਰਾ ਇੱਕ ਬੜਾ ਸ਼ੌਕ ਸੀ, ਕਿਉਂਕਿ ਮੈਨੂੰ ਬੜੀ ਪਸੰਦ ਹੈ ਪੰਜਾਬੀ ਜ਼ੁਬਾਨ, ਬੜੀ ਮੁਹੱਬਤ ਹੈ ਪੰਜਾਬੀ ਨਾਲ, ਬੜੀ ਮਿਠਾਸ ਵਾਲੀ, ਬੜੀ ਪਿਆਰ ਵਾਲੀ ਜ਼ੁਬਾਨ ਹੈ। ਤੇ ਅੱਲਾ ਬਖਸ਼ੇ ਸਾਡੇ ਉਸਤਾਦ ਹੁੰਦੇ ਸਨ ਹਕੀਮ ਫਜ਼ਲ ਆਈ ਬਹਾਰ ਸਾਹਿਬ ਜੀ। ਮੈਂ ਇੱਕ ਮਿਸਰੇ ਤੇ ਫਸ ਗਿਆ ਤੇ ਮੈਂ ਕਿਹਾ ਬਾਬਾ ਜੀ ਮੈਨੂੰ ਇੱਕ ਗੱਲ ਦੱਸੋ, ਮੈਨੂੰ ਕੋਈ ਕੁਲੀਆ ਦਿਓ, ਕੋਈ ਹੁਨਰ ਦੱਸੋ, ਕੋਈ ਮੀਟਰ ਦੱਸੋ ਕਿ ਮੈਂ ਕੋਈ ਸ਼ਾਇਰੀ ਲਿਖਾਂ ਪੰਜਾਬੀ। ਕਹਿੰਦੇ ਨੇ ਯਾਰ ਕਾਗਜ਼ ਪੈਨਸਲ ਚੁੱਕ ਲੈ। ਮੈਂ ਕਿਹਾ ਜੀ ਚੁੱਕ ਲਿਆ। ਫੋਨ ਤੇ ਸਾਡੀ ਟੈਲੀਫੋਨਿਕ ਗੱਲ ਹੋ ਰਹੀ ਹੈ, ਉਸ PTCL ਦਾ ਦੌਰ ਸੀ। ਮੈਨੂੰ ਕਹਿੰਦੇ ਲਿਖੋ ਜੀ ਲੋਏ ਲੋਏ ਭਰ ਲੈ ਕੁੜੀਏ ਜੇ ਤੂੰ ਭਾਂਡਾ ਭਰਨਾ। ਮੈਂ ਕਿਹਾ ਜੀ ਮੈਂ ਲਿਖ ਲਿਆ, ਅੱਗੇ ਦੱਸੋ। ਕਹਿੰਦੇ ਨੇ ਬਸ। ਮੈਂ ਕਿਹਾ ਇਹ ਕੀ ਗੱਲ ਹੋਈ? ਇਹ ਮੀਆਂ ਮੁਹੰਮਦ ਬਖਸ਼ ਸਾਹਿਬ ਦੀ ਸੈਫੁਲ ਮਲੂਕ ਦਾ ਇਹ ਮਿਸਰਾ ਜੀ ਜੀ ਜੀ। ਕਹਿੰਦੇ ਨੇ ਇਸ ਬਹਿਰ ਨੂੰ ਪਕਾਓ, ਇਹ ਤੁਹਾਡੇ ਅੰਦਰ ਜੇ ਬੋਲ ਪਈ ਤੇ ਤੁਸੀਂ ਪੰਜਾਬੀ ਲਿਖ ਲੋਗੇ। ਮੈਂ ਕਿਹਾ ਜੀ ਠੀਕ ਹੈ, ਹੁਣ ਘੰਟੇ ਬਾਅਦ ਤੁਸੀਂ ਮੈਨੂੰ ਫੋਨ ਕਰਨਾ। ਮੈਂ ਕਿਹਾ ਜੀ ਠੀਕ ਹੈ। ਘੰਟੇ ਬਾਅਦ ਮੈਂ ਜਦੋਂ ਬਾਬਾ ਜੀ ਨੂੰ ਫੋਨ ਕੀਤਾ ਤੇ ਮੇਰੇ ਕੋਲ ਚੰਗੀ ਵੱਡੀ ਨਜ਼ਮ ਸੀ ਇਸੀ ਬਹਿਰ ਤੇ, ਲੋਏ ਲੋਏ ਭਰ ਲੈ ਕੁੜੀਏ ਜੇ ਤੂੰ ਭਾਂਡਾ ਭਰਨਾ। ਤੇ ਮੈਂ ਇਸ ਬਹਿਰ ਤੇ ਉਹਨਾਂ ਨੂੰ ਨਜ਼ਮ ਜਦੋਂ ਸੁਣਾਈ ਤੇ ਕਹਿੰਦੇ ਨੇ ਯਾਰ ਮੁਬਾਰਕ ਹੋਵੇ, ਤੇਰੇ 'ਚ ਬਹਿਰ ਬੋਲ ਪਈ ਹੈ, ਤੇਰੇ ਸੀਨੇ 'ਚ ਬਹਿਰ ਬੋਲ ਪਈ ਹੈ, ਬੜੇ ਖੁਸ਼ ਹੈ ਤੇ ਤੂੰ ਮੇਰੇ ਤੋਂ ਵੀ ਵੱਡਾ ਸ਼ਾਇਰ ਬਣੇਗਾ। ਮੈਂ ਕਿਹਾ ਜੀ ਬਾਬਾ ਜੀ ਕਿਉਂ ਗੁਨਾਹਗਾਰ ਕਰਦੇ ਹੋ। ਤੇ ਇਹ ਯਾਨੀ ਇਸ ਤਰ੍ਹਾਂ ਦਾ ਸਿਲਸਿਲਾ ਹੁੰਦਾ ਰਿਹਾ ਤੇ ਉਹ ਅੱਲਾ ਦਾ ਫਜ਼ਲ ਹੈ ਕਿ ਇੱਕ ਹੁਣ ਇਸ ਤਰ੍ਹਾਂ ਦਾ ਸਿਲਸਿਲਾ ਨਹੀਂ ਹੁੰਦਾ ਕਿ ਹੁਣ ਤੇ ਇਸ ਤਰ੍ਹਾਂ ਵੀ ਹੁੰਦਾ ਕਿ ਇੱਕ ਫਲੋ 'ਚ ਤੁਸੀਂ 3 ਗਜ਼ਲਾਂ ਵੀ ਲਿਖ ਜਾਓ। ਸਹੀ, ਮਤਲਬ ਉਹ ਇੱਕ ਏਜ ਡਿਫਰੈਂਸ ਦੇ ਨਾਲ ਔਰ ਇੱਕ ਸੋਚ ਦੇ ਮਿਆਰ ਨਾਲ ਔਰ ਉਸ ਲੈਵਲ ਨਾਲ ਤੁਸੀਂ ਮਤਲਬ ਚੇਂਜ ਹੁੰਦੇ ਜਾਂਦੇ। ਠੀਕ ਹੈ, ਮਤਲਬ ਸਿੱਖਣ ਦਾ ਅਮਲ ਤੇ ਜਾਰੀ ਰਹਿੰਦਾ ਔਰ ਉਹਦੇ ਵਿੱਚ ਬਿਹਤਰੀ ਆਉਂਦੀ ਹੈ। ਤੇ ਤੁਹਾਡੀ ਸ਼ਾਇਰੀ ਜਿਹੜੇ ਅਸੀਂ ਪੜ੍ਹਨੇ ਆ ਤੇ ਉਹਦੀ ਸ਼ਾਇਰੀ ਵਿੱਚ ਜਿਹੜਾ ਨਾ ਉਹ ਤਸੱਵੁਫ ਦਾ ਬੜਾ ਡੂੰਘਾ ਰੰਗ ਸਾਨੂੰ ਨਜ਼ਰ ਆਉਂਦਾ ਹੈ ਤੇ ਤਸੱਵੁਫ ਨਾਲ ਤੁਹਾਡਾ ਬੜਾ ਲਗਾਓ ਹੈ। ਤੇ ਸਾਡਾ ਜਿਹੜਾ ਪੰਜਾਬ ਦੀ ਧਰਤੀ ਹੈ ਸੂਫੀਆ ਨਾਲ ਤੇ ਸੂਫੀਆਨਾ ਸ਼ਾਇਰੀ ਨਾਲ ਮਾਲੂਮਾਲ ਹੈ, ਤੇ ਜਿਹੜਾ ਤਸੱਵੁਫ ਨਾਲ ਤੁਹਾਡਾ ਐਡਾ ਡੂੰਘਾ ਲਗਾਓ ਹੈ, ਇਹਦੀ ਕੀ ਵਜ੍ਹਾ? ਮੈਂ ਮਤਲਬ ਇੱਕ ਚੀਜ਼ ਜਿਹੜੀ ਤੁਹਾਨੂੰ ਦੱਸਾਂ ਕਿ ਮੇਰਾ ਨਾ ਅੱਲਾ ਦਾ ਫਜ਼ਲ ਰਿਹਾ ਕਿ ਬਜ਼ੁਰਗਾਂ ਨਾਲ ਦੋਸਤੀ ਰਹੀ। ਮਤਲਬ ਇੱਕ ਏਜ ਲੈਵਲ ਮੇਰੀ ਐਸੀ ਹੈ ਕਿ ਬਜ਼ੁਰਗਾਂ ਦੇ ਲੈਵਲ ਤੇ ਗੱਲ ਹੋ ਰਹੀ ਹੈ, ਇਹ ਅੱਲਾ ਦਾ ਫਜ਼ਲ ਹੈ। ਬੱਚਿਆਂ ਨਾਲ ਲਾਓ ਤੇ ਬੱਚਿਆਂ ਨਾਲ ਬੱਚੇ ਬਣ ਕੇ ਗੱਲ ਕਰਨੀ, ਤੇ ਜਦੋਂ ਤੁਸੀਂ ਆਪਣੀ ਹਮ ਉਮਰਾਂ ਨਾਲ ਲਾਓ ਤੇ ਉਸ ਲੈਵਲ ਦੀ ਗੱਲ ਕਰਨੀ। ਤੇ ਤਸੱਵੁਫ ਦਾ ਰੰਗ ਇਸ ਤਰ੍ਹਾਂ ਸ਼ਾਇਰੀ 'ਚ ਆਉਂਦਾ ਹੈ ਕਿ ਮੈਂ ਇੱਕ ਤੇ ਵਾਰਿਸ ਸ਼ਾਹ ਨੂੰ ਬਹੁਤ ਪੜ੍ਹਿਆ, ਹੀਰ ਵਾਰਿਸ ਸ਼ਾਹ ਨੂੰ, ਸੈਫੁਲ ਮਲੂਕ ਮੀਆਂ ਮੁਹੰਮਦ ਬਖਸ਼ ਸਾਹਿਬ ਨੂੰ ਬਹੁਤ ਪੜ੍ਹਿਆ, ਤੇ ਜਿਹੜੇ ਜਿਤਨੇ ਬਜ਼ੁਰਗਾਂ ਨੇ ਦੀਨ ਨੇ ਸਾਡੇ ਇਹਨਾਂ ਨੂੰ ਪੜ੍ਹਿਆ। ਤੇ ਉਹ ਜਿਹੜਾ ਇੱਕ ਰੰਗ ਸੀ ਨਾ ਤੁਹਾਡੇ ਅੰਦਰ ਉਹ ਜਜ਼ਬ ਹੋ ਜਾਂਦਾ ਤੇ ਉਹ ਫਿਰ ਤੁਹਾਡੀ ਸ਼ਾਇਰੀ 'ਚ ਜਾਂ ਤੁਹਾਡੇ ਉਸ ਸਿਲਸਿਲੇ 'ਚੋਂ ਝਲਕਦਾ ਵੇ। ਤੇ ਲਾਜ਼ਮੀ ਗੱਲ ਹੈ ਕਿ ਸ਼ਾਇਰੀ ਹੋਣੀ ਹੋਈ ਚਾਹੀਦੀ ਹੈ ਕਿ ਜਿਸ ਵਿੱਚ ਕੋਈ ਮਕਸਦੀਅਤ ਹੋਵੇ, ਜਿਸ ਵਿੱਚ ਕੋਈ ਪੈਗਾਮ ਹੋਵੇ। ਤੇ ਦੇਖੋ ਜਿਹੜੇ ਸਾਡੇ ਸੂਫੀ ਬਜ਼ੁਰਗਾਨ ਸਨ, ਉਹਨਾਂ ਨੇ ਤਸੱਵੁਫ ਵਿੱਚ ਸ਼ਾਇਰੀ ਕੀਤੀ, ਉਹਨਾਂ ਨੇ ਵਾਜ਼ ਨਸੀਹਤ ਕੀਤੀ, ਉਹਨਾਂ ਨੇ ਜਿਹਾਦ ਤੱਕ ਜਿਹੜਾ ਹੈ ਉਹ ਕਲਮ ਦੀ ਜ਼ੁਬਾਨ ਨਾਲ ਕੀਤਾ। ਸੁਭਾਨ ਅੱਲਾਹ। ਤੇ ਸਾਡੇ ਮੈਂ ਸਟੂਡੈਂਟ ਜਿਹੜੇ ਸਾਡੇ ਸੁਣ ਰਹੇ ਨੇ ਉਹਨਾਂ ਨੂੰ ਦੱਸਾਂਗਾ ਕਿ ਅਸੀਂ ਲੋਕ ਜਦੋਂ ਸ਼ਾਇਰੀ ਪੜ੍ਹਨੇ ਆ ਨਾ ਤੇ ਉਹ ਸਿਰਫ ਇਸ ਵਾਸਤੇ ਪੜ੍ਹਨੇ ਕਿ ਅਸੀਂ ਅੱਛੇ ਨੰਬਰ ਲੈ ਕੇ ਪਾਸ ਹੋ ਜਾਈਏ। ਸਾਡਾ ਬੱਚਿਓ ਇਹ ਤੁਹਾਡੇ ਵਾਸਤੇ ਵੇ ਕਿ ਤੁਸੀਂ ਇਹ ਪੜ੍ਹਦੇ ਹੋ ਕਿ ਅਸੀਂ ਸਿਰਫ ਗਲਬ ਨੂੰ ਪੜ੍ਹਨਾ ਹੈ, ਅਸੀਂ ਇਕਬਾਲ ਨੂੰ ਪੜ੍ਹਨਾ ਹੈ, ਫੈਜ਼ ਨੂੰ ਪੜ੍ਹਨਾ ਹੈ, ਜਾਂ ਤੁਸੀਂ ਪੰਜਾਬੀ ਅਦਬ ਨੂੰ ਪੜ੍ਹ ਰਹੇ ਹੋ ਤੇ ਤੁਸੀਂ ਬੁੱਲੇ ਨੂੰ ਪੜ੍ਹਨਾ ਹੈ, ਤੁਸੀਂ ਵਾਰਿਸ ਸ਼ਾਹ ਨੂੰ ਪੜ੍ਹਨਾ ਹੈ, ਸੁਲਤਾਨ ਬਾਹੂ ਨੂੰ ਪੜ੍ਹਨਾ ਹੈ। ਲੇਕਿਨ ਪੜ੍ਹਨਾ ਕਿਸ ਮਾਰੇ ਕਿ ਤੁਸੀਂ ਸਿਰਫ ਨੰਬਰ ਲੈਣੇ ਨੇ, ਤੁਹਾਡਾ ਉਹਨਾਂ ਦਾ ਪੈਗਾਮ ਕੀ ਉਹ ਨਹੀਂ ਤੁਸੀਂ ਸਮਝਦੇ। ਤੇ ਅਸੀਂ ਇਸ ਰੇਡੀਓ ਦੇ ਤਵੱਸਤ ਤੋਂ ਇਹ ਗੱਲ ਤੁਹਾਨੂੰ ਕਰਨਾ ਚਾਹੁੰਦੇ ਕਿ ਤੁਸੀਂ ਉਸ ਪੈਗਾਮ ਨੂੰ ਆਪਣੀ ਜ਼ਿੰਦਗੀ 'ਚ ਅਪਲਾਈ ਕਰਨਾ ਹੈ। ਬੜੀ ਚੰਗੀ ਗੱਲ, ਲਾਜ਼ਮੀ ਤੌਰ ਤੇ। ਹਾਂਜੀ, ਉਹਨਾਂ ਦੀ ਜਿਹੜੀ ਫਿਕਰ ਹੈ ਉਹਨੂੰ ਸਮਝਣ ਦੀ ਕੋਸ਼ਿਸ਼ ਕਰਨੀ ਲਾਜ਼ਮੀ ਤੌਰ ਤੇ। ਲਓ ਜੀ, ਸਾਡੇ ਨਾਲ ਮੌਜੂਦ ਨੇ ਮੁਬਸ਼ਰ ਸਲੀਮ ਬਸ਼ਰ ਸਾਹਿਬ, ਸ਼ਾਇਰ ਨੇ ਤੇ ਇੱਕ ਤਨਜ਼ੀਮ ਵੀ ਚਲਾ ਰਹੇ ਨੇ। ਇਹਨਾਂ ਨਾਲ ਗੱਲਬਾਤ ਦਾ ਸਿਲਸਿਲਾ ਤੇ ਜਾਰੀ ਰਹੇਗਾ। ਤੁਸੀਂ ਵੀ ਸਾਡੇ ਸ਼ੋਅ ਦਾ ਹਿੱਸਾ ਬਣੋ, ਸਾਨੂੰ ਕਾਲ ਕਰੋ 05192919520 ਤੇ ਸੁਣਨੇ ਇੱਕ ਹੋਰ ਗੀਤ, ਫਿਰ ਪਰਤ ਕੇ ਆਨੇ ਵਾਪਸ ਸੁਣਦੇ ਰਹਿਣਾ FM ਪੰਜਾਬ ਰੰਗ 99.4। ਇੱਕ ਮੁੱਦਤ ਦੇ ਬਾਅਦ ਮਿਲੇ ਸਾਂ, ਮੈਂ ਵੀ ਚੁੱਪ ਸਾਂ ਤੂੰ ਵੀ ਚੁੱਪ ਸੇ, ਤੇਰੀ ਅੱਖੀਆਂ ਅਥਰੂ ਡਿੱਗੇ, ਮੇਰੀ ਅੱਖੀਆਂ ਅਥਰੂ ਡਿੱਗੇ, ਨਾ ਤੂੰ ਡਿੱਠੇ ਨਾ ਮੈਂ ਡਿੱਠੇ, ਸਾਡੀਆਂ ਅੱਖਾਂ ਪਿੱਛੇ ਲੱਖਾਂ ਰਾਤਾਂ ਦਾ ਪਰਛਾਵਾਂ ਸੀ। ਲੋ ਜੀ, ਅਸੀਂ ਪਰਤ ਕੇ ਆ ਗਏ ਹਾਂ। ਤੁਸੀਂ ਸੁਣ ਰਹੇ ਹੋ FM ਪੰਜਾਬ ਰੰਗ 99.4। ਤੁਸੀਂ ਇੱਕ ਬੜਾ ਸੋਹਣਾ ਗੀਤ ਸੁਣ ਰਹੇ ਸੋ, ਨਾ ਪੁੱਛ ਵੇ ਚੰਨਾ ਤੈਨੂੰ ਅਸੀਂ ਕਿੰਨਾ ਚਾਹੁੰਦੇ ਆ, ਜਿੰਨੀ ਸੱਤਾਂ ਅਸਮਾਨਾਂ ਦੀ ਉਚਾਈ, ਜਿੰਨੀ ਜੱਗ ਵਿੱਚ ਵਸਦੀ ਏ ਖੁਦਾਈ। ਤੇ ਸਾਡੇ ਪ੍ਰਾਹੁਣੇ ਮੁਬਸ਼ਰ ਸਲੀਮ ਹੋਰਾਂ ਨੇ ਵੀ ਬੜਾ ਇਸ ਗੀਤ ਦਾ ਬੜਾ ਮਜ਼ਾ ਲਿਆ, ਬੜਾ ਲੁਤਫ ਲਿਆ। ਤੇ ਉਹਨਾਂ ਦਾ ਵੀ ਇਹ ਕਹਿਣਾ ਸੀ ਕਿ ਆਪਣੀ ਜ਼ੁਬਾਨ ਵਿੱਚ ਜਿਹੜੇ ਅਸੀਂ ਆਪਣੇ ਜਜ਼ਬਾਤ ਦਾ ਇਜ਼ਹਾਰ ਕਰਨੇ ਆ ਤੇ ਉਹਦਾ ਕਿਆ ਹੀ ਦੀ ਬਾਤ ਹੈ ਜੀ, ਉਹਦੀ ਆਪਣੀ ਇੱਕ ਵੱਖਰੀ ਚੱਸ ਹੈ। ਤੇ ਸਾਡੇ ਨਾਲ ਮੌਜੂਦ ਨੇ ਜੀ ਮੁਬਸ਼ਰ ਸਲੀਮ ਬਸ਼ਰ ਸਾਹਿਬ, ਤੇ ਅਸੀਂ ਅੱਜ ਇਹਨਾਂ ਦੀ ਖਿਆਤੀ ਬਾਰੇ, ਇਹਨਾਂ ਦੇ ਫਨ ਬਾਰੇ, ਇਹਨਾਂ ਦੀ ਸ਼ਾਇਰੀ ਬਾਰੇ ਗੱਲ ਕਰ ਰਹੇ ਹਾਂ। ਲੇਕਿਨ
ਇਹਨਾਂ ਦਾ ਜਿਹੜਾ ਇੱਕ ਪੇਸ਼ਾ ਹੈ ਉਹ ਹੈ ਜੀ ਬੁਨਿਆਦੀ ਤੌਰ ਤੇ ਇਹ ਜੁਐਲਰੀ ਡਿਜ਼ਾਈਨਰ ਵੀ ਨੇ। ਤੇ ਮੁਬਸ਼ਰ ਸਲੀਮ ਸਾਹਿਬ, ਸਾਡੇ ਸੁਣਨ ਵਾਲਿਆਂ ਨੂੰ ਇਸ ਹਵਾਲੇ ਨਾਲ ਵੀ ਜ਼ਰਾ ਦੱਸੋ। ਮੇਰਾ ਜਿਹੜਾ ਨਾ ਇਹ ਆਬਾਈ ਕੰਮ ਹੈ, ਮਤਲਬ ਵਾਲੇ ਸਾਹਿਬ ਦਾ ਵੀ ਇਹੀ ਕੰਮ ਸੀ ਕਿ ਅਸੀਂ ਉਹ ਵੀ ਜੁਐਲਰੀ ਡਿਜ਼ਾਈਨਿੰਗ ਦੇ ਕੰਮ ਤੋਂ ਵਾਬਸਤਾ ਸਨ, ਸੁਨਾਰ ਸਨ। ਤੇ ਉਹ ਇਸੇ ਤਰ੍ਹਾਂ ਮੇਰਾ ਵੀ ਇਹੀ ਕੰਮ ਹੈ। ਤੇ ਇਹ ਹੁਣ ਪਤਾ ਨਹੀਂ ਚੱਲਿਆ ਕਿ ਕਿਸ ਤਰ੍ਹਾਂ ਉਹ ਕੰਮ ਕਰਦਿਆਂ ਸਾਨੂੰ ਵੀ ਜਿਹੜਾ ਨਾ ਮੁਰੱਸਾ ਸਾਜ਼ੀ ਆ ਗਈ ਕਿ ਅਸੀਂ ਲਫ਼ਜ਼ਾਂ ਦੇ ਨਗੀਨੇ ਵੀ ਜੜਨਾ ਸ਼ੁਰੂ ਹੋ ਗਏ। ਤੇ ਇਹ ਸਾਡਾ ਜਿਹੜਾ ਕੰਮ ਹੈ ਸਰਾਫਾ ਬਾਜ਼ਾਰ ਵਿੱਚ ਹੈ। ਔਰ ਸਰਾਫਾ ਬਾਜ਼ਾਰ ਵਿੱਚ ਮਤਲਬ ਸਾਡੀ ਬੜੀ ਕਦੀਮੀ ਦੁਕਾਨ ਹੈ ਵਾਲੇ ਸਾਹਿਬ ਦੇ ਨਾਂ ਤੋਂ। ਤੇ ਉਸ ਵਿੱਚ ਜਿਹੜਾ ਹਰ ਤਰ੍ਹਾਂ ਦਾ ਜੁਐਲਰੀ ਜਿਹੜੀ ਹੈ ਉਹ ਸੋਨੇ ਦੀ, ਚਾਂਦੀ ਦੀ, ਹਰ ਤਰ੍ਹਾਂ ਦੀ ਜਿਹੜੀ ਹੈ ਉਹ ਅਸੀਂ ਬਣਾਉਂਦੇ ਹਾਂ। ਠੀਕ। ਤੇ ਹੈਰਾਤ ਖਾਨ ਸਾਹਿਬ ਸਾਨੂੰ ਸੁਣ ਰਹੇ ਨੇ ਤੇ ਇਹ ਮਾਲੀਆਂ ਦਾ ਕੰਮ ਕਰਦੇ ਨੇ। ਤੇ ਹੈਰਾਤ ਖਾਨ ਸਾਹਿਬ, ਕੁਝ ਰੁੱਖ ਮੇਰੇ ਯਾਰਾਂ ਵਰਗੇ, ਮੈਂ ਚੁੰਮਾ ਤੇ ਗੱਲ ਲਾਵਾਂ। ਤੇ ਜਦੋਂ ਵੀ ਤੁਹਾਡਾ ਮੈਸੇਜ ਆਉਂਦਾ ਮੈਨੂੰ ਰੁੱਖ ਯਾਦ ਆ ਜਾਂਦੇ ਨੇ ਤੇ ਮੈਨੂੰ ਜਿਹੜਾ ਇਹ ਨਜ਼ਮ ਯਾਦ ਆ ਜਾਂਦੀ ਹੈ। ਜਿੰਦੇ ਵਸਦੇ ਰਹੋ। ਤੇ ਬਹੁਤ ਮਿਹਰਬਾਨੀ, ਤੁਸੀਂ ਸਾਡੇ ਸ਼ੋਅ ਵਿੱਚ ਸਾਨੂੰ ਮੈਸੇਜ ਕੀਤਾ। ਸਾਡੇ ਨਾਲ ਮੌਜੂਦ ਨੇ ਮੁਬਸ਼ਰ ਸਲੀਮ ਬਸ਼ਰ ਸਾਹਿਬ। ਤੇ ਇਹਨਾਂ ਦੀ ਜਿਹੜੀ ਪਹਿਲੀ ਕਿਤਾਬ ਹੈ ਉਸੇ ਸ਼ਾਇਦ ਮੁਹੱਬਤ ਹੋ ਗਈ ਹੈ, ਇਹ 2005 ਵਿੱਚ ਛਪੀ ਹੈ। ਤੇ ਮੁਬਸ਼ਰ ਸਾਹਿਬ, ਤੁਸੀਂ ਇਸ ਕਿਤਾਬ ਬਾਰੇ ਦੱਸੋ ਜ਼ਰਾ। ਕਿਤਾਬ ਦਾ ਜਿਹੜਾ ਹਵਾਲਾ ਹੈ ਇਹ ਬੜੀ ਅਰਲੀ ਏਜ ਵਿੱਚ, ਬੜੀ ਛੋਟੀ ਉਮਰੇ ਜਿਹੜਾ ਨਾ ਕਿਤਾਬ ਮੇਰੀ ਆ ਗਈ ਸੀ। ਤੇ ਉਹ ਮਤਲਬ ਸਕੂਲ ਤੋਂ ਫੌਰੀ ਬਾਅਦ ਨਾ, ਮੈਟ੍ਰਿਕ ਤੋਂ ਬਾਅਦ ਮੈਂ ਇਹ ਕਿਤਾਬ ਲੈ ਆਇਆ ਸਾਂ। ਤੇ ਸਾਡੇ ਅੱਲਾ ਬਖਸ਼ ਇੱਕ ਬੜੇ ਅੱਛੇ ਉਸਤਾਦ ਸਨ, ਆਪਣਾ ਡਾਕਟਰ ਰਸ਼ੀਦ ਨਿਸਾਰ ਸਾਹਿਬ। ਤੇ ਉਹਨਾਂ ਨੇ ਜਦੋਂ ਇਹ ਕਿਤਾਬ ਦੇਖੀ ਤੇ ਬਹੁਤ ਸੇ ਲੋਕ ਜਿਹੜੇ ਸਨ ਉਹ ਕਹਿੰਦੇ ਸਨ ਯਾਰ ਇਹ ਬੜੀ ਜਲਦੀ ਤੂੰ ਲੈ ਆਇਆ, ਬੜੀ ਛੇਤੀ ਤੂੰ ਲੈ ਆਇਆ। ਤੇ ਉਹ ਕਹਿੰਦੇ ਸਨ ਨਹੀਂ ਯਾਰ, ਤੂੰ ਇਹ ਜਿਹੜਾ ਕੰਮ ਕੀਤਾ ਨਾ, ਤੂੰ ਆਪਣੀ ਰਾਹ ਵਿੱਚ ਝਾੜੂ ਫੇਰ ਆਇਆ, ਤੂੰ ਐਡੀ ਸਫਾਈ ਕਰ ਰਿਹਾ ਕਿ ਤੇਰੇ ਵਾਸਤੇ ਹੁਣ ਬੜੀ ਆਸਾਨੀ ਹੋ ਜਾਏਗੀ, ਤੂੰ ਬੜਾ ਕੰਮ ਕਰ ਲਿੱਤਾ ਇਤਨੀ ਛੋਟੀ ਉਮਰੇ। ਤੇ ਇਹ ਜਿਹੜੀ ਕਿਤਾਬ ਹੈ ਛਪੀ ਸੀ 2005 ਵਿੱਚ। ਔਰ ਇਸ ਦੇ ਪਬਲਿਸ਼ਰ ਸਨ ਇਜਾਜ਼ ਅਹਿਮਦ ਨਵਾਬ ਸਾਹਿਬ, ਜਿਹੜੇ ਬੜੇ ਮਾਰੂਫ ਸ਼ਾਇਰ ਅਰਸ਼ਦ ਮਲਿਕ ਸਾਹਿਬ ਦੇ ਵੱਡੇ ਭਾਈ ਨੇ ਔਰ ਬੜੇ ਅੱਛੇ ਨਾਵਲ ਨਿਗਾਰ ਵੀ ਨੇ ਇਜਾਜ਼ ਅਹਿਮਦ ਨਵਾਬ। ਇਹ ਉਹਨਾਂ ਨੇ ਛਾਪੀ ਸੀ। ਠੀਕ ਹੋ ਗਿਆ। ਤੇ ਇਸ ਤੋਂ ਇਲਾਵਾ ਜਿਹੜੀ ਤੁਹਾਡੀ ਕਿਤਾਬ ਪੰਜਾਬੀ ਦੀ ਆ ਰਹੀ ਹੈ, ਇਹਦਾ ਕੀ ਤੁਸੀਂ ਕੋਈ ਨਾਂ ਸੋਚਿਆ? ਯਾਦਾਂ ਦੇ ਨਾਂ ਤੋਂ ਜਿਹੜੀ ਹੈ ਨਾ ਪੰਜਾਬੀ ਦੀ ਕਿਤਾਬ ਇਨਸ਼ਾਅੱਲਾ ਜਲਦ। ਤੇ ਇਹ ਕੋਈ ਤਕਮੀਲੀ ਮਰਾਹਲ ਚ ਹੈ ਜਾਂ ਜੀ ਇਨਸ਼ਾਅੱਲਾ ਤੱਕ ਆਪਣੀ? ਹਾਂ, ਬਸ ਉਹ ਸਬਦਾ ਜਿਹੜਾ ਤਕਰੀਬਨ ਤਿਆਰ ਹੈ ਤੇ ਉਸ ਨੂੰ ਇਨਸ਼ਾਅੱਲਾ ਅਗਲੇ ਪ੍ਰੋਸੈਸ ਵਿੱਚ ਜਾਏਗਾ ਤੇ ਉਹ ਇਨਸ਼ਾਅੱਲਾ ਫਾਈਨਲਾਈਜ਼। ਤੇ ਅਸੀਂ ਤੁਹਾਡੇ ਕੋਲੋਂ ਗੁਜ਼ਾਰਿਸ਼ ਕਰਨੇ ਆ ਕਿ ਤੁਸੀਂ ਸਾਡੇ ਸੁਣਨ ਵਾਲਿਆਂ ਲਈ ਕੋਈ ਆਪਣੇ ਕਲਾਮ ਤੋਂ ਸਾਨੂੰ ਜ਼ਰਾ ਨਵਾਜ਼ੋ। ਜ਼ਰੂਰ। ਮੈਂ ਪਹਿਲੇ ਤੇ ਨਾ ਤੁਹਾਨੂੰ ਸੁਣਾਉਣਾ ਚਾਹੁੰਦਾ ਇੱਕ ਨਜ਼ਮ ਜਿਹਦਾ ਉਨਵਾਨ ਹੈ, ਕਿਉਂਕਿ ਤੁਹਾਡੇ ਰੇਡੀਓ ਦਾ ਨਾਂ ਹੈ ਕਿ ਪੰਜਾਬ ਰੰਗ, ਤੇ ਇਸ ਮੇਰੀ ਨਜ਼ਮ ਦਾ ਵੀ ਉਨਵਾਨ ਹੈ ਪੰਜਾਬ ਦੇ ਰੰਗ। ਵਾਹ। ਤੇ ਇਹ ਆਰਟਸ ਕੌਂਸਲ ਵਿੱਚ ਮੁਸ਼ਾਇਰਾ ਹੋਇਆ, ਅਨਵਰ ਮਸੂਦ ਸਾਹਿਬ ਦੀ ਸਦਾਰਤ ਸੀ। ਤੇ ਵਕਾਰ ਸਾਹਿਬ ਜਿਹੜੇ ਡਾਇਰੈਕਟਰ ਨੇ ਉਹਨਾਂ ਦਾ ਕਾਲ ਆਈ ਕਿ ਜੀ ਤੁਸੀਂ ਵੀ ਮੁਸ਼ਾਇਰਾ ਪੜ੍ਹਨਾ ਹੈ। ਅੱਲਾ ਬਖਸ਼ੇ ਸੈਯਦ ਆਲੇ ਇਮਰਾਨ ਸਾਹਿਬ ਇੰਤਕਾਲ ਕਰ ਗਏ ਨੇ, ਬੜੇ ਅੱਛੇ ਸ਼ਾਇਰ ਸਨ ਪਟਵਾਰੀ ਪੰਜਾਬੀ ਦੇ। ਤੇ ਉਹ ਨਿਜ਼ਾਮਤ ਕਰ ਰਹੇ ਸਨ, ਉਹਨਾਂ ਨੇ ਵੀ ਦਾਵਤ ਦਿੱਤੀ ਸੀ ਕਿ ਯਾਰ ਮੁਸ਼ਾਇਰਾ ਕਿ ਤੁਸੀਂ ਪੜ੍ਹਨਾ। ਤੇ ਪੰਜਾਬ ਦਾ ਸਿਲਸਿਲਾ ਸੀ ਸਾਰਾ। ਮੈਂ ਫਿਰ ਇੱਕ ਦਿਨ ਪਹਿਲੇ ਇੱਕ ਨਜ਼ਮ ਲਿਖੀ, ਉਹਦਾ ਉਨਵਾਨ ਸੀ ਪੰਜਾਬ ਦੇ ਰੰਗ। ਤੇ ਉਹ ਤੁਹਾਡੇ ਸਾਮਈਨ ਸਾਰਿਆਂ ਵਾਸਤੇ ਮੈਂ ਪੇਸ਼ ਕਰਨਾ ਕਿ ਅਸੀਂ ਸ਼ੋ ਗਮਾਂ ਤੋਂ ਨਿਕਲੇ, ਰੱਬ ਰੱਖਿਆ ਸਾਡਾ ਮਾਨ, ਸਾਡੀ ਮਾਂ ਬੋਲੀ ਅੱਜ ਚਮਕਦੀ ਵਧੀ ਜਗ ਤੇ ਦੀ ਸ਼ਾਨ। ਇੱਥੇ ਸਭ ਜ਼ੁਬਾਨਾਂ ਸੋਹਣੀਆਂ, ਸੁਣੋ ਸ਼ੇਰ ਜਾਂ ਪੜ੍ਹੋ ਗਿਆਨ, ਅਸੀਂ ਪੁੱਤਰ ਹਾਂ ਪੰਜਾਬ ਦੇ, ਪੰਜਾਬੀ ਹੈ ਸਾਡੀ ਜਾਨ। ਤੇ ਅਸੀਂ ਫੁੱਲਾਂ ਵਾਂਗਰ ਖਿੜ ਪਏ ਸੁਨ ਵਾਰਿਸ ਸ਼ਾਦੀ ਹੀਰ, ਅਸੀਂ ਫੁੱਲਾਂ ਵਾਂਗਰ ਖਿੜ ਪਏ ਸੁਨ ਵਾਰਿਸ ਸ਼ਾਦੀ ਹੀਰ, ਜਿਨੇ ਇਸ਼ਕ ਤਸਵੁਫ ਲਿਖਿਆ ਬੁੱਲੇ ਸ਼ਾਹ ਸਾਡਾ ਪੀਰ। ਇੱਥੇ ਆ ਕੇ ਵੇਖ ਪਿਆਰਿਆ, ਇੱਥੇ ਵਸਦੇ ਮਾਧੂ ਲਾਲ, ਤੂੰ ਪੀ ਪਿਆਲਾ ਇਸ਼ਕ ਦਾ ਹੋ ਜਾਣਾ ਮਾਲੋ ਮਾਲ। ਤੇਰੇ ਦਰਦ ਅਵਲੜੇ ਮੁੱਕਣੇ ਆ ਪੜ ਤੂੰ ਸ਼ਾਹ ਹੁਸੈਨ, ਤੂੰ ਵੇਖ ਲੈ ਸ਼ਾਹ ਪੰਜਾਬ ਦਾ ਕੋਈ ਦੁੱਖ ਨਾ ਤੇਰੇ ਰਹਿਣ। ਇੱਥੇ ਮੀਆਂ ਮੁਹੰਮਦ ਜਾਗਦਾ ਆ ਵੇਖ ਲੈ ਸੈਫ ਮਲੂਕ, ਸੁਣ ਪੀਰ ਮੁਹੰਮਦ ਸ਼ਾਹ ਨੂੰ ਤੇਰੇ ਸਜਰੇ ਹੋਣ ਸਲੂਕ। ਤੇ ਆ ਗੰਜ ਸ਼ਕਰ ਨੂੰ ਪੜ ਲੈ ਹੋ ਜਾਣੀ ਤੇਰੀ ਈਦ, ਆ ਗੰਜ ਸ਼ਕਰ ਨੂੰ ਪੜ ਲੈ ਹੋ ਜਾਣੀ ਤੇਰੀ ਈਦ। ਜੇ ਇਸ਼ਕ ਕਮਾਣਾ ਰੱਬ ਦਾ ਤੂੰ ਪੜ ਗੁਲਾਮ ਫਰੀਦ, ਸੁਲਤਾਨ ਬਾਹੂ ਨੂੰ ਸੁਣ ਕੇ ਰੱਖ ਦਿਲ ਵਿੱਚ ਸੱਚੀ ਹੂ, ਤੇਰਾ ਹਰ ਲਤੀਫਾ ਫੜਕਣਾ ਹੋ ਮੁਰਗੇ ਬਿਸਮਿਲ ਤੂੰ। ਤੇ ਆ ਮੇਰੇ ਸੱਜਣ ਪਿਆਰਿਆ ਆ ਵੇਖ ਪੰਜਾਬ ਦੇ ਰੰਗ, ਆ ਮੇਰੇ ਸੱਜਣ ਪਿਆਰਿਆ ਆ ਵੇਖ ਪੰਜਾਬ ਦੇ ਰੰਗ। ਇੱਥੇ ਤਖਤ ਹਜ਼ਾਰੇ ਸਜਦੇ, ਇੱਥੇ ਸੱਜੇ ਸਾਡਾ ਚੰਗ, ਇੱਥੇ ਹੀਰਾਂ ਪਣੀਆਂ ਜਾਂਦੀਆਂ, ਇੱਥੇ ਰਾਂਝਣ ਦੀ ਆਵਾਜ਼। ਸਹਿਬਾ ਦੇ ਹਾਸੇ ਖਿਲਰਦੇ ਜਦ ਮਿਰਜ਼ਾ ਕਰਦਾ ਸਾਜ਼, ਅੱਜ ਸੋਣੀ ਵੀ ਨਹੀਂ ਡੁੱਬਦੀ ਅੱਜ ਜੀਵੇ ਮਾਹੀਵਾਲ। ਇੱਥੇ ਹੰਝੂ ਹਾੜੇ ਮੁੱਕ ਗਏ, ਇੱਥੇ ਪਾਵੇ ਇਸ਼ਕ ਧਮਾਲ।
ਵਾਹ 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 ਵਾਹ, ਬੜਾ ਸੋਹਣਾ ਤੁਸੀਂ ਕਲਾਮ ਇੱਥੇ ਇਸ ਦੀ ਅਗਰ ਤੁਸੀਂ ਇਜਾਜ਼ਤ ਦੇਵੋ ਤੇ ਇਸ ਦੇ ਹੋਰ ਵੀ ਰੰਗ ਨੇ, ਅਗਰ ਇਹ ਜਿਹੜਾ ਤੁਸੀਂ ਪੰਜਾਬ ਤੇ ਬਾਅਦ ਵਿੱਚ ਅਗਲੇ ਹਿੱਸੇ ਚ ਜੀ ਜ਼ਰੂਰ, ਇਹ ਬਲਕਿ ਤੁਸੀਂ ਕੰਟੀਨਿਊ ਕਰੋ। ਔਰ ਮੈਂ ਤੇ ਮੈਨੂੰ ਇਤਨਾ ਲੁਤਫ ਆ ਰਿਹਾ ਕਿ ਜਿਹੜੀ ਤੁਹਾਡੀ ਨਜ਼ਮ ਹੈ ਪੰਜਾਬ ਰੰਗ ਦੇ ਨਾਂ ਤੋਂ, ਇਹਦੇ ਤੁਸੀਂ ਪੰਜਾਬ ਦਾ ਜਿੰਨਾ ਵੀ ਜਿਹੜੇ ਰੰਗ ਨੇ ਉਹ ਬਿਆਨ ਕੀਤੇ ਨੇ, ਤੇ ਪੰਜਾਬੀ ਅਦਬ ਦੀ ਗੱਲ ਕਰੀਏ ਸੂਫੀਆ ਤੋਂ ਸ਼ੁਰੂ ਕੀਤਾ ਤੁਸੀਂ, ਬਿਲਕੁਲ ਜਿਤਨੇ ਵੀ ਵੱਡੇ ਵੱਡੇ ਨਾਂ ਨੇ ਸਾਰੇ ਤੁਸੀਂ ਉਹਨਾਂ ਦਾ ਜ਼ਿਕਰ ਕੀਤਾ ਹੈ, ਪੰਜਾਬ ਦੇ ਸ਼ਹਿਰਾਂ ਦਾ ਜ਼ਿਕਰ ਕੀਤਾ ਹੈ, ਤੇ ਮੈਂ ਬਿਲਕੁਲ ਚਾਹਾਂਗਾ ਕਿ ਤੁਸੀਂ ਇਹਨੂੰ ਕੰਟੀਨਿਊ ਕਰੋ। ਇਹ ਦੇਖੋ ਹੁਣ ਪੰਜਾਬ ਦੀ ਜਿਹੜੀ ਸਾਡੀ ਰਹਿਤਲ ਹੈ, ਸਾਡੀ ਸਕਾਫਤ ਹੈ, ਸਾਡੀ ਤਹਿਜ਼ੀਬ ਹੈ, ਔਰ ਸਾਡੇ ਜਿਹੜੇ ਉਹ ਸਾਡੇ ਰੰਗ ਤੁਹਾਨੂੰ ਨਜ਼ਰ ਆਣਗੇ ਕਿ ਇਹ ਧਰਤੀ ਫੁੱਲ ਗੁਲਾਬ ਦਾ, ਇਹ ਧਰਤੀ ਫੁੱਲ ਗੁਲਾਬ ਦਾ, ਇਹਦੇ ਖੇਤਾਂ ਉਗਦੇ ਲਾਲ, ਇੱਥੇ ਥਾਂ ਥਾਂ ਮੇਲੇ ਲੱਗਦੇ। ਸਾਡਾ ਕਲਚਰ ਹੈ ਨਾ, ਸਾਡਾ ਸਾਰਾ ਇਹ ਕਲਚਰ ਹੈ ਕਿ ਇੱਥੇ ਥਾਂ ਥਾਂ ਮੇਲੇ ਲੱਗਦੇ, ਇੱਥੇ ਇਸ਼ਕ ਦੀ ਬਲੇ ਮਿਸਾਲ, ਇੱਥੇ ਵੱਜਦੇ ਢੋਲ ਪਿਆਰ ਦੇ, ਇੱਥੇ ਖੇਡਾਂ ਕਰਦੇ ਬਾਲ, ਇੱਥੇ ਧੀਆਂ ਕਰਦੀਆਂ ਕੀਕਲੀ ਜਿਹਦੀ ਜਗ ਤੇ ਨਹੀਂ ਮਿਸਾਲ, ਇਹਦੀ ਜਗ ਤੇ ਨਹੀਂ ਮਿਸਾਲ। ਇੱਥੇ ਲੁਕਣ ਮਿੱਟੀ, ਇਹ ਖੇਡਾਂ ਦਾ ਜ਼ਿਕਰ ਆ ਜਾਂਦਾ ਇਸ ਵਿੱਚ ਕਿ ਇੱਥੇ ਲੁਕਣ ਮਿੱਟੀ ਖੇਡਦੇ, ਇੱਥੇ ਚੀਂਜੋ ਦਾ ਏ ਸ਼ੋਰ, ਇੱਥੇ ਸੁੱਚੇ ਖਾਬੇ ਲੱਭਦੇ, ਇੱਥੇ ਗੱਭਰੂ ਕਰਦੇ ਜ਼ੋਰ, ਇੱਥੇ ਛੱਤਾਂ ਵੇੜੇ ਲੇਪਦੇ, ਇੱਥੇ ਲੱਸੀ ਮੱਕੀ ਸਾਗ, ਇੱਥੇ ਬੇਲੇ ਡੰਗਰ ਸਜਦੇ, ਇੱਥੇ ਵੰਜਰੀ ਵਾਲੇ ਰਾਗ, ਤੇ ਇੱਥੇ ਰੀਜਾਂ ਰੀਤਾਂ ਰਸਮਾਂ, ਇੱਥੇ ਸਜਦੇ ਨਿਤ ਵਿਆਹ, ਇੱਥੇ ਵਾਰੀ ਜਾਂਦੀ ਅੰਬੜੀ, ਇੱਥੇ ਬੀਬਾ ਸੁੱਚੀ ਚਾਹ, ਤੇ ਇਹਦਾ ਸੋਹਣਾ ਨਾਂ ਪੰਜਾਬ ਹੈ, ਇੱਥੇ ਵਗਦੇ ਪੰਜ ਦਰਿਆ, ਇਹਦਾ ਸੋਹਣਾ ਨਾਂ ਪੰਜਾਬ ਹੈ, ਇੱਥੇ ਵਗਦੇ ਪੰਜ ਦਰਿਆ, ਤੂੰ ਛੋੜ ਦੇ ਖੜਾ ਬਾਰ ਦਾ ਮੁੜ ਛੇਤੀ ਘਰ ਨੂੰ ਆ, ਇੱਥੇ ਟੋਕਾਂ ਮੱਲੇ ਵਸਦੇ, ਇੱਥੇ ਵਸਨ ਸ਼ਹਿਰ ਗਰਾਂ, ਅੱਜ ਯਾਰ ਮੁਬਸ਼ਰ ਮੰਗ ਲੈ, ਇੱਥੇ ਰਹਿਮਤ ਵਾਲੀ ਛਾਂ। ਵਾਹ 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 ਵਾਹ, ਬੜਾ ਸੋਹਣਾ ਕਲਾਮ ਤੁਸੀਂ ਸੁਣਾਇਆ ਪੰਜਾਬੀ ਦੇ ਹਵਾਲੇ ਨਾਲ, ਪੰਜਾਬ ਦੇ ਹਵਾਲੇ ਨਾਲ, ਤੇ ਮੇਰਾ ਤੇ ਤਾਬਰ ਸਾਹਿਬ ਦਾ ਦਿਲ ਕਰਦਾ ਵੀ ਅਸੀਂ ਨਿਕਲ ਚਲੇ ਹੋਣੀ ਆਪਣੇ ਪਿੰਡਾਂ ਵੱਲ। ਹਾਂਜੀ, ਤੇ ਬੜੀ ਮੁਹੱਬਤ ਤੁਹਾਡੀ, ਬੜੀ ਮੁਹੱਬਤ। ਤੇ ਲੋ ਜੀ, ਤੁਸੀਂ ਸੁਣ ਰਹੇ FM ਪੰਜਾਬ ਰੰਗ 99.4, ਅੱਜ ਇੱਕ ਖਸੂਸੀ ਪ੍ਰੋਗਰਾਮ ਲੈ ਕੇ ਤੁਹਾਡੀ ਖਿਦਮਤ 'ਚ ਹਾਜ਼ਰ ਹੋਏ ਹਾਂ। ਸਾਡੇ ਨਾਲ ਮੌਜੂਦ ਨੇ ਮੁਬਸ਼ਰ ਸਲੀਮ ਬਸ਼ਰ ਸਾਹਿਬ, ਤੇ ਇੱਕ ਤਨਜ਼ੀਮ ਚਲਾ ਰਹੇ ਨੇ ਸੋਚ ਦੇ ਨਾਂ ਤੋਂ, ਇਹਦੇ ਬਾਰੇ ਵੀ ਅਸੀਂ ਗੱਲ ਕਰਾਂਗੇ। ਬਹੁਤ ਸਾਰੇ ਸਾਨੂੰ ਸਵਾਲਾਤ ਵੀ ਆ ਰਹੇ ਨੇ ਤੇ ਜਿਨ੍ਹਾਂ ਦੇ ਅਸੀਂ ਜਵਾਬ ਨਹੀਂ ਵੀ ਦੇ ਪਾ ਰਹੇ, ਤੇ ਸਾਡੀ ਮਾਫੀ ਤੁਸੀਂ ਕਬੂਲ ਕਰਨਾ, ਕਿਉਂਕਿ ਅਸੀਂ ਚਾਹੁੰਦੇ ਹਾਂ ਕਿ ਜ਼ਿਆਦਾ ਜ਼ਿਆਦਾ ਅਸੀਂ ਆਪਣੇ ਮਹਿਮਾਨ ਦੀ ਮੌਜੂਦਗੀ ਦਾ ਫਾਇਦਾ ਚੁੱਕੀਏ ਤੇ ਉਹਨਾਂ ਨਾਲ ਗੱਲਬਾਤ ਕਰੀਏ। ਤੇ ਬੁਨਿਆਦੀ ਤੌਰ ਤੇ ਜੁਐਲਰੀ ਵੀ ਡਿਜ਼ਾਈਨ ਕਰਦੇ ਨੇ, ਤੇ ਅਸੀਂ ਇਹਨਾਂ ਕੋਲ ਇਹ ਵੀ ਪੁੱਛਿਆ, ਬਲਕਿ ਮਜ਼ੀਦ ਇਹ 'ਤੇ ਵੀ ਗੱਲ ਕਰਾਂਗੇ, ਤੇ ਸ਼ੋਅ ਦੇ ਸਿਲਸਿਲੇ ਨੂੰ ਅੱਗੇ ਵਧਾਉਂਦੇ ਹਾਂ। ਇੱਕ ਹੋਰ ਗੀਤ ਸੁਣਨੇ ਆ ਮੁਜਾਹਿਦ ਮਨਸੂਰ ਮਲੰਗੀ ਹੋਰਾਂ ਦੀ ਆਵਾਜ਼ ਵਿੱਚ, ਤੇ ਫਿਰ ਪਰਤ ਕੇ ਆਨੇ ਵਾਪਸ ਸੁਣਦੇ ਰਹਿਣਾ FM ਪੰਜਾਬ ਰੰਗ 99.4। ਬੰਦਾ ਬੰਦਾ ਗਰਜ਼ਾਂ ਦਾ ਬਾਦਸ਼ਾਹ ਵੇਖਿਆ, ਬੜੀ ਸੋਹਣੀ ਤੇ ਮਿੱਠੀ ਤੇ ਧੀਮੇ ਲਹਿਜੇ ਦੇ ਮਾਲਕ, ਬੜੀ ਸੁਰੀਲੀ ਆਵਾਜ਼ ਦੇ ਮਾਲਕ ਮਨਸੂਰ ਮਲੰਗੀ ਹੋਰਾਂ ਦੇ ਭਾਂਜੇ ਮੁਜਾਹਿਦ ਮਨਸੂਰ ਮਲੰਗੀ ਹੋਰਾਂ ਦੀ ਆਵਾਜ਼ ਵਿੱਚ ਅਸੀਂ ਇਹ ਗੀਤ ਸੁਣਿਆ, ਤੇ ਉਮੀਦ ਕਰਨੇ ਤੁਹਾਨੂੰ ਵੀ ਪਸੰਦ ਆਇਆ ਹੋਵੇਗਾ। ਤੁਸੀਂ ਸੁਣ ਰਹੇ FM ਪੰਜਾਬ ਰੰਗ 99.4, ਤੇ ਮੈਂ ਨਾਸਿਰ ਅਹਿਮਦ, ਤੇ ਪੈਨਲ ਤੇ ਸਾਡੇ ਨਾਲ ਮੌਜੂਦ ਨੇ ਸੈयद ਇਮਾਦ ਤਾਬਿਸ਼, ਤੇ ਅੱਜ ਦੇ ਸਾਡੇ ਪ੍ਰਾਹੁਣੇ ਮੁਬਸ਼ਰ ਸਲੀਮ ਬਸ਼ਰ ਹੋਰੀ। ਪੰਜਾਬੀ ਨਾਲ ਬੜਾ ਪਿਆਰ ਕਰਦੇ ਨੇ, ਤਸਵਫ ਨਾਲ ਡੂੰਘਾ ਲਗਾਵ ਰੱਖਦੇ ਨੇ, ਤੇ ਅੱਜ ਬੜੀਆਂ ਰੌਣਕਾਂ ਲੱਗੀਆਂ ਨੇ ਜੀ, ਇੱਥੇ ਆਏ ਨੇ, ਤੇ ਜੁਐਲਰੀ ਡਿਜ਼ਾਈਨਿੰਗ 'ਚ ਮਹਾਰਤ ਰੱਖਦੇ ਨੇ, ਤੇ ਇਸ ਤੋਂ ਇਲਾਵਾ ਇੱਕ ਤਨਜ਼ੀਮ ਵੀ ਚਲਾ ਰਹੇ ਨੇ ਜਿਹਦਾ ਅਸੀਂ ਜ਼ਿਕਰ ਕਰ ਚੁੱਕੇ ਹਾਂ, ਸੋਚ ਦੇ ਨਾਂ ਤੋਂ ਬੈਨ ਅਲ-ਅਕਵਾਮੀ ਅਦਬੀ ਸਕਾਫਤੀ ਤੇ ਸਮਾਜੀ ਤਨਜ਼ੀਮ। ਤੇ ਮੈਂ ਚਾਹਾਂਗਾ ਮੁਬਸ਼ਰ ਸਲੀਮ ਸਾਹਿਬ, ਤੁਸੀਂ ਸਾਡੇ ਸੁਣਨ ਵਾਲਿਆਂ ਲਈ ਆਪਣੀ ਇਸ ਤਨਜ਼ੀਮ ਬਾਰੇ ਦੱਸੋ, ਇਹਦੇ ਕੀ ਮਕਸਦ ਨੇ, ਇਹਦਾ ਆਗਾਜ਼ ਕਿਵੇਂ ਹੋਇਆ, ਤੇ ਇਸ ਵੇਲੇ ਇਹਦੇ ਮਾਮਲਾਤ ਜਿਹੜੇ ਨੇ ਤੁਸੀਂ ਵੇਖ ਰਹੇ ਹੋ, ਔਰ ਕੈਸੇ ਮਾਮਲਾਤ ਚੱਲ ਰਹੇ ਨੇ। ਜੀ, ਤਨਜ਼ੀਮ ਦੇ ਹਵਾਲੇ ਨਾਲ ਦੱਸਾਂ ਕਿ ਅਦਬੀ ਸਮਾਜੀ ਸਕਾਫਤੀ ਤਨਜ਼ੀਮ ਸੋਚ ਦੀ ਜਿਹੜੀ ਬੁਨਿਆਦ ਹੈ ਉਹ ਅਸੀਂ 2007 ਵਿੱਚ ਰੱਖੀ ਸੀ, ਤੇ ਮਤਲਬ ਉਸ ਅਰਸੇ ਤੋਂ ਲੈ ਕੇ ਹਲੇ ਤੱਕ ਇਸ ਤਨਜ਼ੀਮ ਦੇ ਤਹਿਤ ਬਹੁਤ ਸਾਰੇ ਮੁਸ਼ਾਇਰੇ ਮੁਜ਼ਾਕਰੇ ਅਦਬੀ ਤਕਰੀਬਾਤ ਜਿਹੜੀਆਂ ਨੇ ਉਹ ਅਸੀਂ ਮੁਨੱਕਦ ਕਰਦੇ ਰਹੇ ਹਾਂ ਇਸ ਦੇ ਜ਼ੇਰ ਤਮਾਮ। ਤੇ ਹਲੇ ਮੌਜੂਦਾ ਟਾਈਮ ਵਿੱਚ ਇਸ ਦੇ ਸਰਪ੍ਰਸਤ ਆਲਾ ਨੇ ਜਨਾਬ ਕਯੂਮ ਤਾਹਿਰ ਸਾਹਿਬ, ਉਰਦੂ ਪੰਜਾਬੀ ਦੇ ਬੜੇ ਵੱਡੇ ਸ਼ਾਇਰ, ਆਲਮੀ ਸ਼ੋਹਰਤ ਯਾਫਤਾ। ਇसी तरह साढ़े नाल एक चेयरमैन ने इस तंजीम दे अयूब जोसफ साहब, रेडियो पाकिस्तान के ब्रॉडकास्टर ने, और नायब सदर ने साढ़े अकबर खान न्याजी, मोहम्मद अकबर खान न्याजी, बहुत अच्छे शायर अदीब और नकाद ने। तो अल्लाह बख्शे एक बहुत मुमताज़ शायर सन जड़े साढ़े नाल मौजूद सन इस तंजीम विच। गुलाम मुर्तज़ा मलिक साहब उन्हां दा नाम है, लाजमी लेना चाहांगा क्योंकि दोस्तों नूं याद रखना चाहिए। वो मौजूद सन इस तंजीम विच, और इस तो पहले हकीम फजल लाई बहार साहब साढ़े उस्ताद भी ने,
ਉਹਨਾਂ ਦੀ ਸਰਪ੍ਰਸਤੀ 'ਚ ਅਸੀਂ ਇਸ ਤਨਜ਼ੀਮ ਨੂੰ ਸ਼ੁਰੂ ਕੀਤਾ ਸੀ ਤੇ ਇਸ ਤਨਜ਼ੀਮ ਦੇ ਤਹਿਤ ਅਸੀਂ ਬਹੁਤ ਸਾਰੀ ਸ਼ਾਇਰਾਂ ਦੀ ਕਿਤਾਬਾਂ ਦੀਆਂ ਤਕਰੀਬਾਂ ਅਸੀਂ ਮੁਨੱਕਿਦ ਕੀਤੀਆਂ, ਪੰਜਾਬੀ ਮੁਸ਼ਾਇਰੇ ਅਸੀਂ ਕੀਤੇ ਔਰ ਸਕੂਲਾਂ ਕਾਲਜਾਂ 'ਚ ਵੀ ਅਸੀਂ ਜਿਹੜਾ ਇਸ ਤਨਜ਼ੀਮ ਦੇ ਤਹਿਤ ਜਿਹੜਾ ਔਰ ਇਸ ਦਾ ਮਕਸਦ ਇਹ ਹੀ ਹੈ ਕਿ ਅਸੀਂ ਅਦਬ ਨੂੰ ਪ੍ਰਮੋਟ ਕਰੀਏ, ਤਰਵੀਜੇ ਅਦਬ ਨੂੰ ਮਤਲਬ ਪ੍ਰਮੋਟ ਇਸ ਵਾਸਤੇ ਅਦਬ ਨੂੰ ਕਰੀਏ ਕਿ ਮਾਸ਼ਰੇ ਦੀ ਇਸਲਾਹ ਹੋਵੇ, ਲੋਕਾਂ ਤੱਕ ਸ਼ਾਇਰਾਂ ਦਾ ਪੈਗਾਮ ਪਹੁੰਚੇ ਔਰ ਸ਼ਾਇਰ ਦੀ ਜਿਹੜੀ ਜ਼ੁਬਾਨ ਹੈ, ਸ਼ਾਇਰ ਦੀ ਜਿਹੜੀ ਸੋਚ ਹੈ, ਸ਼ਾਇਰ ਦੀ ਜਿਹੜੀ ਗੱਲ ਹੈ ਉਹ ਆਮ ਪਬਲਿਕ ਵਿੱਚ ਵੀ ਪਹੁੰਚ ਸਕੇ ਤੇ ਉਹਨਾਂ ਦਾ ਮਕਸਦ ਕੀ ਹੈ ਕਹਿਣ ਦਾ ਉਹ ਲੋਕ ਸਮਝ ਸਕਣ ਤਾਂ ਕਿ ਮਾਸ਼ਰਾ ਜਿਹੜਾ ਹੈ ਉਹ ਇਸਲਾਹੀ ਤੌਰ ਤੇ ਬਿਹਤਰ ਹੋ ਸਕੇ। ਠੀਕ ਹੈ, ਤੇ ਤੁਸੀਂ ਬੜਾ ਚੰਗਾ ਮਕਸਦ ਲੈ ਕੇ ਟੁਰੇ ਹੋ ਤੇ ਅਸੀਂ ਤੁਹਾਨੂੰ ਜਿਹੜਾ ਤੁਹਾਡੇ ਲਈ ਦੁਆ ਗਵਾ ਤੇ ਤੁਸੀਂ ਇਹ ਵੀ ਦੱਸੋ ਕਿ ਜਿਹੜੀ ਤੁਹਾਡੀ ਤਨਜ਼ੀਮ ਸੋਚ ਹੈ ਇਹਦੀ ਛਤਰ ਛਾਵੇਂ ਇਹਦੀ ਹੇਠ ਤੁਸੀਂ ਜਿਹੜਾ ਅਦਬੀ ਤਕਰੀਬਾਤ ਕਰਵਾਉਂਦੇ ਹੋ ਇਹ ਰਾਵਲਪਿੰਡੀ 'ਚ ਤੁਸੀਂ ਮੁਨੱਕਦ ਕਰਾਉਂਦੇ ਹੋ ਜਾਂ ਪੂਰੇ ਪਾਕਿਸਤਾਨ ਦੇ ਵਿੱਚ? ਬਿਲਕੁਲ, ਰਾਵਲਪਿੰਡੀ ਆਰਟਸ ਕਾਉਂਸਲ ਵਿੱਚ, ਰਾਵਲਪਿੰਡੀ ਪ੍ਰੈਸ ਕਲੱਬ ਵਿੱਚ, ਪ੍ਰਾਈਵੇਟ ਇਦਾਰਿਆਂ 'ਚ, ਉਸ ਤੋਂ ਇਲਾਵਾ ਮਤਲਬ ਸਕੂਲ ਕਾਲਜਾਂ 'ਚ ਔਰ ਰਾਵਲਪਿੰਡੀ ਇਸਲਾਮਾਬਾਦ ਤੋਂ ਇਲਾਵਾ ਅਸੀਂ ਲਾਹੌਰ ਵੀ ਇਸ ਦੇ ਪ੍ਰੋਗਰਾਮ ਕੀਤੇ ਨੇ ਇਸ ਦੇ ਤਹਿਤ ਔਰ ਇਸ ਤੋਂ ਇਲਾਵਾ ਅਸੀਂ ਕਸ਼ਮੀਰ 'ਚ ਵੀ ਪ੍ਰੋਗਰਾਮ ਕੀਤੇ ਨੇ ਔਰ ਇਸ ਤਰ੍ਹਾਂ ਦੇ ਮੁਖਤਲਿਫ ਜਿਹੜੇ ਸਾਈਡ ਏਰੀਆਜ਼ ਨੇ ਉਹਨਾਂ 'ਚ ਵੀ ਅਸੀਂ ਗਾਹੇ ਬਗਾਹੇ ਕੋਈ ਨਾ ਕੋਈ ਇਸ ਦਾ ਤਨਜ਼ੀਮ ਦੇ ਤਹਿਤ ਪ੍ਰੋਗਰਾਮ ਹੁੰਦਾ ਰਹਿੰਦਾ ਲੇਕਿਨ ਜ਼ਿਆਦਾਤਰ ਜਿਹੜੇ ਪ੍ਰੋਗਰਾਮ ਦੀ ਤਾਦਾਦ ਅਸੀਂ ਦੇਖੀਏ ਤੇ ਉਹ ਰਾਵਲਪਿੰਡੀ ਔਰ ਇਸਲਾਮਾਬਾਦ ਦੀ ਚੀਜ਼ ਸੀ। ਤੇ ਅਗਰ ਕੋਈ ਅਦਬ ਦਾ ਜਿਹੜਾ ਚਾਹਵਾਨ ਹੈ, ਕੋਈ ਸੂਝਵਾਨ ਨੇ ਅਦਬ ਦੇ ਜਾਂ ਜਿਹੜੇ ਅਦਬ 'ਚ ਦਿਲਚਸਪੀ ਰੱਖਦੇ ਨੇ ਕਿਉਂਕਿ ਸਾਡੇ ਨਾਲ ਬਹੁਤ ਸਾਰੇ ਸਟੂਡੈਂਟ ਵੀ ਸਾਨੂੰ ਸੁਣ ਰਹੇ ਨੇ ਇਸ ਵੇਲੇ, ਅਗਰ ਤੁਹਾਡੀ ਇਸ ਤਨਜ਼ੀਮ ਦਾ ਹਿੱਸਾ ਬਣਨਾ ਚਾਹੁੰਦੇ ਨੇ ਤੇ ਤੁਹਾਡੇ ਨਾਲ ਲੋਕ ਕਿਵੇਂ ਰਾਬਤਾ ਕਰਨ? ਕੋਈ ਤੁਹਾਡਾ ਪੇਜ ਵਗੈਰਾ ਹੈ? ਜੀ ਬਿਲਕੁਲ, ਪੇਜ ਹੈ ਸੋਚ ਤਨਜ਼ੀਮ ਦੇ ਨਾਂ ਤੋਂ ਹੀ, ਤੁਸੀਂ ਉਸ ਨੂੰ ਸਰਚ ਕਰੋਗੇ ਤੇ ਉਹ ਲਾਜ਼ਮੀ ਤੌਰ ਤੇ ਤੁਹਾਨੂੰ ਮਿਲ ਜਾਏਗੀ ਔਰ ਇੱਕ ਸਾਡਾ ਇੱਕ ਚੈਨਲ ਹੈ YouTube ਦਾ ਸੋਚ TV ਦੇ ਨਾਂ ਤੋਂ ਔਰ ਉਸ TV ਨੂੰ ਤੁਸੀਂ ਲਾਜ਼ਮੀ ਤੌਰ ਤੇ ਦੇਖੋ ਕਿਉਂ ਜੇ ਉਸ ਵਿੱਚ ਅਸੀਂ ਬੜੀ ਆਲਾ ਸ਼ਖਸੀਅਤ ਦੇ ਇੰਟਰਵਿਊਜ਼ ਵੀ ਰਿਕਾਰਡ ਕਰਦੇ ਹਾਂ ਔਰ ਬੜੇ ਅਹਿਮ ਮਤਲਬ ਦੇਖੋ ਇੱਕ ਬੜਾ ਰਸ਼ ਪਿਆ ਦਾ ਨਾ ਇੱਕ ਚੈਨਲਾਂ ਦਾ ਔਰ ਇੱਕ ਸ਼ੋਜ਼ ਦਾ, ਲੇਕਿਨ ਉਹ ਬੜਾ ਚੇਂਜ ਕੰਮ ਹੋ ਰਿਹਾ, ਬੜਾ ਪੋਜ਼ਿਟਿਵ ਕੰਮ ਹੋ ਰਿਹਾ। ਤੁਸੀਂ ਮੈਂ ਆਪਣੇ ਮੂੰਹ ਆਪ ਨਹੀਂ ਕਹਾਂਗਾ, ਤੁਸੀਂ ਪ੍ਰੋਗਰਾਮ ਦੇਖੋ ਤੇ ਉਹ ਇਸਲਾਹੀ ਮਾਸ਼ਰੇ ਵਾਸਤੇ ਸਿਰਫ ਹੋ ਰਿਹਾ ਕੰਮ। ਅਸੀਂ ਮਤਲਬ ਜਿਹੜੇ ਟੀਚਰਸ ਨੇ ਉਹਨਾਂ ਦੀ ਇੰਟਰਵਿਊ ਲੈਂਦੇ ਹਾਂ, ਜਿਹੜੇ ਮਤਲਬ ਐਸੀ ਆਲਾ ਸ਼ਖਸੀਅਤ ਨੇ ਔਰ ਉਹ ਪੋਸ਼ੀਦਾ ਨੇ, ਅਸੀਂ ਉਹਨਾਂ ਨੂੰ ਸਾਹਮਣੇ ਲੈ ਕੇ ਆ ਰਹੇ ਹਾਂ। ਅਸੀਂ ਕੱਲ ਵੀ ਇੱਕ ਪ੍ਰੋਫੈਸਰ ਸਾਹਿਬਾਂ ਨੇ ਉਹਨਾਂ ਦਾ ਇੰਟਰਵਿਊ ਕੀਤਾ, ਉਹਨਾਂ ਦੀ ਬੜੀ ਕਠਿਨ ਜ਼ਿੰਦਗੀ ਗੁਜ਼ਰੀ ਹੈ, ਬੜੀ ਮੁਸ਼ਕਿਲਾਂ ਨਾਲ ਗੁਜ਼ਰੀ ਹੈ, ਲਈਆਂ ਤੋਂ ਉਹਨਾਂ ਦਾ ਤਾਲੁਕ ਸੀ ਤੇ ਉਹਨਾਂ ਨੇ ਜਿਸ ਤਰੀਕੇ ਨਾਲ ਮਤਲਬ ਜ਼ਿੰਦਗੀ ਗੁਜ਼ਾਰ ਕੇ ਉਹ ਪਹੁੰਚੇ ਨੇ ਇਸ ਲੈਵਲ ਤੇ, ਉਹ ਸਾਰਾ ਮੰਜ਼ਰ ਜਦੋਂ ਬੱਚੇ ਦੇਖਣਗੇ, ਸਟੂਡੈਂਟਸ ਦੇਖਣਗੇ ਤੇ ਉਹਨਾਂ 'ਚ ਲਾਜ਼ਮੀ ਗੱਲ ਹੈ ਕਿ ਉਹ ਲਗਾਓ ਪੈਦਾ ਹੋਏਗਾ ਕਿ ਅਸੀਂ ਵੀ ਯਾਰ ਇਸ ਲੈਵਲ ਤੇ ਪਹੁੰਚੀਏ। ਅੱਜ ਦੇ ਸਟੂਡੈਂਟਸ ਨੂੰ ਬੜੀ ਆਸਾਨੀਆਂ ਨੇ, ਪਹਿਲੇ ਜਿਹੜੇ ਲੋਕ ਜਿਹੜੀ ਕਿਸੇ ਮੰਜ਼ਿਲ ਤੇ ਪਹੁੰਚੇ ਨੇ, ਕਿਸੇ ਮੁਕਾਮ ਤੇ ਪਹੁੰਚੇ ਨੇ, ਉਹ ਬੜੀ ਮਿਹਨਤਾਂ ਕਰਕੇ ਪਹੁੰਚੇ ਨੇ ਤੇ ਇਹ ਜਿਹੜਾ ਉਸ TV ਨੂੰ ਵੀ ਦੇਖਣ ਤੇ ਸੋਚ ਪੇਜ ਨੂੰ ਵੀ ਦੇਖਣ ਤੇ ਲਾਜ਼ਮੀ ਤੌਰ ਤੇ ਆਣ ਤੇ ਦੂਸਰਾ ਜਿਹੜੇ ਅਦਬ ਪੜ੍ਹਨਾ ਚਾਹੁੰਦੇ ਨੇ ਬੱਚੇ ਉਹਨਾਂ ਵਾਸਤੇ ਇੱਕ ਬੜਾ ਅੱਛਾ ਫੋਰਮ ਹੈ ਅਦਬੀ ਫੋਰਮ ਹਲਕਾ ਅਰਬਾਬੇ ਜ਼ੌਕ, ਇਹ ਪਿੰਡੀ 'ਚ ਵੀ ਉਸਦੀ ਬ੍ਰਾਂਚ ਹੈ ਤੇ ਇਸਲਾਮਾਬਾਦ ਵਿੱਚ ਵੀ ਇਸਦੀ ਬ੍ਰਾਂਚ ਹੈ। ਉੱਥੇ ਵੀ ਜਾਣ ਜਿਹੜੇ ਅਦਬ ਪੜ੍ਹਨਾ ਚਾਹੁੰਦੇ ਨੇ ਜਾਂ ਆਉਣਾ ਚਾਹੁੰਦੇ ਨੇ ਅਦਬ ਵਿੱਚ ਔਰ ਅਦਬ ਵਿੱਚ ਆਉਣਾ ਚਾਹੀਦਾ। ਬਿਲਕੁਲ, ਬੱਚਿਆਂ ਨੂੰ ਲਾਜ਼ਮੀ ਤੌਰ ਤੇ ਇਸ ਵਾਸਤੇ ਆਉਣਾ ਚਾਹੀਦਾ ਕਿ ਜ਼ਿੰਦਗੀ ਮਾਸ਼ਰੇ ਦੀ ਇਸਲਾਹ ਵਾਸਤੇ ਔਰ ਜ਼ਿੰਦਗੀ ਨੂੰ ਸਿੱਖਣ ਵਾਸਤੇ, ਜ਼ਿੰਦਗੀ ਨੂੰ ਜੀਣ ਵਾਸਤੇ ਅਦਬ ਬਹੁਤ ਜ਼ਰੂਰੀ ਹੈ। ਬਿਲਕੁਲ ਸਹੀ ਕਹਿ ਰਹੇ ਹੋ ਤੇ ਜੀ ਬੜੇ ਮਾਣ ਦੀ ਗੱਲ ਹੈ ਕਿ ਤੁਸੀਂ ਜਿਹੜਾ ਹੈ ਉਹ ਆਪਣੇ ਅਦਬ ਤੇ ਸਕਾਫਤ ਨੂੰ ਅੱਗੇ ਲੈ ਕੇ ਚੱਲ ਰਹੇ ਹੋ, ਇਹਨੂੰ ਪ੍ਰਮੋਟ ਕਰ ਰਹੇ ਹੋ ਤੇ ਇਹਦੇ ਨਾਲ ਤੁਸੀਂ ਸਾਨੂੰ ਇਹ ਵੀ ਦੱਸੋ ਕਿ ਤੁਸੀਂ ਇੱਕ ਕਿਤਾਬ ਹੋਰ ਵੀ ਤੁਹਾਡੀ ਛਪ ਚੁੱਕੀ ਹੈ, ਤੁਹਾਡਾ ਇੰਤਖਾਬ ਹੈ ਅਮਰ ਗਜ਼ਲਾਂ ਦੇ ਨਾਂ ਤੋਂ, ਤੇ ਇਹ ਇੰਤਖਾਬ ਛਾਪਣ ਦਾ ਕਿਵੇਂ ਤੁਹਾਨੂੰ ਖਿਆਲ ਆਇਆ? ਬਸ ਇੰਤਖਾਬ ਦਾ ਇਸ ਤਰ੍ਹਾਂ ਸਿਲਸਿਲਾ ਸੀ ਕਿ ਮੈਨੂੰ ਨਾ ਇੱਕ ਤੇ ਤੁਸੀਂ ਕੁਝ ਲਿਖ ਲੈਂਦੇ ਹੋ ਨਾ ਤੇ ਤੁਹਾਨੂੰ ਸੁਣਾਉਣ ਦੀ ਵੀ ਕੋਈ ਜਲਦੀ ਹੁੰਦੀ ਹੈ। ਇਹ ਗੱਲਾਂ ਹੁਣ ਜਾ ਕੇ ਸਮਝ ਆਉਂਦੀਆਂ ਨੇ ਕਿ ਯਾਰ ਉਹ ਏਜ ਐਸੀ ਹੁੰਦੀ ਨੇ ਕਿ ਇਬਤਦਾਈ ਦੌਰ ਸੀ। ਮੇਰੀ ਪਹਿਲੀ ਕਿਤਾਬ ਵੀ ਜਦੋਂ ਤੁਹਾਨੂੰ ਦੱਸੀ ਕਿ ਮੈਂ ਮੈਟ੍ਰਿਕ ਇਸ ਤਰ੍ਹਾਂ ਮੈਟ੍ਰਿਕ ਬਿਫੋਰ ਹੀ ਤੋਂ ਬਾਅਦ ਇੱਕ ਕਿਤਾਬ ਆ ਗਈ ਔਰ ਉਸ ਤੋਂ ਬਾਅਦ ਇੱਕ ਜਲਦੀ ਸੀ ਕਿ ਇੱਕ ਹੋਰ ਕਿਤਾਬ ਮੇਰੀ ਆ ਜਾਵੇ ਤੇ ਮੇਰੇ ਕੋਲ 25-30 ਗਜ਼ਲਾਂ ਸਨ। ਮੈਂ ਉਸੇ 'ਚੋਂ ਇੰਤਖਾਬ ਕਰਕੇ ਕੋਈ 10-12 ਗਜ਼ਲਾਂ ਆਪਣੀਆਂ ਤੇ ਬਾਕੀ ਕੁਝ ਨਾਮਵਰ ਸ਼ੁਰਾ ਦੀਆਂ ਮੈਂ ਗਜ਼ਲਾਂ ਉਸ ਵਿੱਚ ਸ਼ਾਮਿਲ ਕੀਤੀਆਂ ਤੇ ਬੜੀ ਅੱਛੀ ਕਿਤਾਬ ਇੰਤਖਾਬ ਅਮਰ ਗਜ਼ਲਾਂ ਦੇ ਨਾਂ ਤੋਂ ਲੈ ਆਇਆ। ਉਸਨੂੰ ਬੜੀ ਪਜ਼ੀਰਾਈ ਵੀ ਮਿਲੀ। ਉਸ ਵਿੱਚ ਕੁਝ ਇੱਕ ਜਿਹੜਾ ਅਹਿਮ ਨੁਕਤਾ ਇਹ ਸੀ ਕਿ ਕੁਝ ਐਸੇ ਵੀ ਸ਼ਾਇਰ ਸਨ ਉਸ ਵਿੱਚ ਮੈਂ ਸ਼ਾਮਿਲ ਰੱਖੇ ਨੇ ਕਿ ਜਿਹੜੇ ਕਿਤਾਬ ਨਹੀਂ ਸਨ ਛਾਪ ਸਕਦੇ, ਉਹ ਕੁਝ ਉਹਨਾਂ ਦੇ ਮਾਲੀ ਮਾਮਲਾਤ ਜਾਂ ਕੁਝ ਕਹਿ ਲਵੋ ਤੇ ਉਹਨਾਂ ਦੀ ਗਜ਼ਲਾਂ ਜਿਹੜੀਆਂ ਨੇ ਉਸ ਇੰਤਖਾਬ ਵਿੱਚ ਸ਼ਾਮਿਲ ਹਨ ਔਰ ਫ੍ਰੀ ਆਫ ਕਾਸਟ ਉਹਨਾਂ ਦੀ ਉਹ ਸ਼ਾਮਿਲ ਕੀਤੀਆਂ ਸਨ ਤੇ ਇਹ ਵੀ ਵਜ੍ਹਾ ਸੀ ਉਸ ਕਿਤਾਬ ਨੂੰ ਲਿਆਉਣ ਦੀ। ਠੀਕ ਹੈ ਜੀ, ਬਹੁਤ ਸਾਰੇ ਲੋਕੀ ਸਾਨੂੰ
ਸੁਣ ਰਹੇ ਨੇ। ਸ਼ਫੀਕ ਹੋਰਾਂ ਨੇ ਫਿਰ ਮੈਸੇਜ ਕੀਤਾ ਤੇ ਉਹ ਮੁਬਸ਼ਰ ਸਾਹਿਬ ਤੁਸੀਂ ਜਿਹੜਾ ਕਲਾਮ ਸੁਣਾਇਆ ਪੰਜਾਬੀ ਦਾ ਉਹਦੀ ਬੜੀ ਤਾਰੀਫ ਕਰ ਰਹੇ ਬੜੀ ਨੇ। ਮੁਹੱਬਤ ਹੈ ਜੀ ਸ਼ਫੀਕ ਸਾਹਿਬ ਦੀ, ਬੜੀ ਮੁਹੱਬਤ ਹੈ। ਇਹ ਸ਼ੋਅ ਦੇ ਸਿਲਸਿਲੇ ਨੂੰ ਅੱਗੇ ਵਧਾਉਂਦੇ ਹਾਂ। ਅਸੀਂ ਤੁਹਾਨੂੰ ਸੁਣਾਉਂਦੇ ਹਾਂ ਇੱਕ ਹੋਰ ਗੀਤ, ਫਿਰ ਪਰਤ ਕੇ ਆਉਂਦੇ ਹਾਂ ਤੇ ਗੱਲਬਾਤ ਦਾ ਸਿਲਸਿਲਾ ਜਾਰੀ ਰਹੇਗਾ। ਸਾਡੇ ਨਾਲ ਮੌਜੂਦ ਨੇ ਮੁਬਸ਼ਰ ਸਲੀਮ ਬਸ਼ਰ ਸਾਹਿਬ, ਸ਼ਾਇਰ ਨੇ ਬੁਨਿਆਦੀ ਤੌਰ ਤੇ ਇੱਕ ਅਦਬੀ ਤਨਜ਼ੀਮ ਵੀ ਚਲਾ ਰਹੇ ਨੇ ਤੇ ਵਾਪਸ ਆ ਕੇ ਫਿਰ ਇਹਨਾਂ ਕੋਲ ਸ਼ਾਇਰੀ ਵੀ ਸੁਣਨੇ ਆ। ਤੇ ਲੋ ਜੀ ਇਹ ਗੀਤ ਸੁਣੋ, ਫਿਰ ਪਰਤ ਕੇ ਆਉਂਦੇ ਹਾਂ। ਪਰਤ ਕੇ ਇੱਕ ਵਾਰੀ ਆ ਗਏ ਹਾਂ ਫਿਰ ਤੁਹਾਡੇ ਨਾਲ, ਮੈਂ ਨਾਸਿਰ ਅਹਿਮਦ ਤੇ ਅੱਜ ਦੇ ਸਾਡੇ ਪ੍ਰਾਹੁਣੇ ਮੁਬਸ਼ਰ ਸਲੀਮ ਬਸ਼ਰ ਹੋਰੀ ਸਾਡੇ ਪੰਜਾਬ ਰੰਗ ਦੇ ਵਿਹੜੇ 'ਚ ਅੱਜ ਤਸ਼ਰੀਫ ਲੈ ਕੇ ਆਏ ਨੇ ਤੇ ਬੜੀਆਂ ਰੌਣਕਾਂ ਲੱਗੀਆਂ ਹੋਈਆਂ ਨੇ ਤੇ ਅਸੀਂ ਇਹਨਾਂ ਕੋਲ ਸ਼ਾਇਰੀ ਵੀ ਸੁਣ ਰਹੇ ਹਾਂ ਤੇ ਬੜੇ ਮਜ਼ੇ ਦੇ ਗੀਤ ਵੀ ਸੁਣਾ ਰਹੇ ਹਾਂ। ਤੇ ਮੁਬਸ਼ਰ ਸਲੀਮ ਬਸ਼ਰ ਸਾਹਿਬ, ਸਾਡੇ ਸੁਣਨ ਵਾਲਿਆਂ ਨੂੰ ਇਹ ਦੱਸੋ ਕਿ ਤੁਸੀਂ ਉਰਦੂ 'ਚ ਵੀ ਸ਼ਾਇਰੀ ਕਰਦੇ ਹੋ, ਪੰਜਾਬੀ 'ਚ ਵੀ ਸ਼ਾਇਰੀ ਕਰਦੇ ਹੋ, ਇਹਦੇ ਨਾਲ ਇੱਕ ਤਨਜ਼ੀਮ ਵੀ ਚਲਾ ਰਹੇ ਹੋ ਤੇ ਤੁਹਾਨੂੰ ਜ਼ਾਤੀ ਤੌਰ ਤੇ ਇਹ ਜਿਹੜਾ ਕਿਹੜੇ ਸ਼ੋਰਾ ਤੇ ਅਦੀਬ ਜਿਹੜੇ ਨੇ ਤੁਸੀਂ ਉਹਨਾਂ ਨੂੰ ਪੜ੍ਹਿਆ ਤੇ ਉਹਨਾਂ ਨੂੰ ਤੁਸੀਂ ਪਸੰਦ ਕਰਦੇ ਹੋ? मैं नासिर भी क्लासिकी शोराज में सारे तकरीबन, क्योंकि उर्दू अदब नाल एक लगाव भी रहा, तो MA उर्दू में कीता ते क्लासिकी शोराज जड़े ने मैं सारे पढ़े ने जी। जड़े साढ़े क्लासिकी शोरा ने ते जड़े दौरे अहद दे मौजूदा दौर दे जड़े शायर हैं इन्होंने भी सारे नू पढ़िया भी है और हल्का शायरां च होने च एह वे कि उन्होंने लाइव सुनिया भी है, आमने सामने सुनिया भी है, तो बड़ा अच्छा अदब तखलीक हो रहा है माशाअल्लाह हुण भी। ਤੇ ਅੱਜ ਦੇ ਦੌਰ ਵਿੱਚ ਤੁਹਾਡਾ ਕੀ ਖਿਆਲ ਹੈ ਕਿ ਕਿਹੜੇ ਸ਼ਾਇਰ ਨੇ ਜਿਹੜੇ ਉਹ ਚੰਗੀ ਸ਼ਾਇਰੀ ਕਰ ਰਹੇ ਨੇ? बहुत सारे नाम है, जरा मुश्किल बहुत सवाल सारे है। नाम हैं और बहुत अच्छी और म्यारी शायरी हो रही है माशाल्लाह। उर्दू अदब के हवाले नाल भी देखिए तो पंजाबी अदब के हवाले नाल भी देखिए तो बड़े अच्छे और उमदा अंदाज शोरा जड़े ने। पिंड इस्लामाबाद की गल करिए तो साढ़े इत्थे इफ्तिखार आरिफ साहब बड़ा वड्डा नाम है उर्दू अदब का, और अनवर मसूद साहब ने, इनामुल हक जावेद साहब ने, जलील अली साहब बड़ी उमदा शायरी कहते हैं, कयूम ताहिर साहब जड़े साढ़े उस्ताद भी ने, साढ़े दोस्त भी ने, साढ़े सरप्रस्त भी ने तंजीम के, बहुत उमदा उर्दू और पंजाबी शायरी। अख्तर उस्मान साहब बड़ी उमदा शायरी कर रहे हैं। हसन अब्बास रज़ा बड़ा वड्डा नाम है पाकिस्तान का और उर्दू के हवाले नाल उन्हां दा बड़ा काम है। अब्बास ताबिश साहब हले हाल ही साढ़े अदब का बड़ा वड्डा नाम, बड़ा वड्डा सितारा जनाब अमजद इस्लाम अमजद साहब का इंतकाल हो गया। पाकिस्तान मतलब मैं जितने भी शायर हैं उन्होंने एक कल्बी एक लगाव है, मतलब एक चीज़ होती है ना, मैं एक गल बार बार कर रहा कि मेरे ते अल्लाह दा बड़ा करम है कि मेरा कदी किसी नाल इख्तलाफ नहीं होया, सारे नाल प्यार वंडिया ते प्यार वंडिया ते प्यार ही उन्हां कोलों मिलिया भी है ते सारे नाल एक बड़ा मुहब्बत वाला ताल्लुक है। ਇਹ ਤੇ ਤੁਸੀਂ ਬੜੀ ਸੂਫੀਆਨਾ ਸੋਚ ਰੱਖਦੇ ਹੋ ਨਾ? नहीं हकीकत ਸਾਡੇ ਸੂਫੀਆਂ ਦਾ ਵੀ ਇਹ ਪੈਗਾਮ ਹੈ। मैं असल च ना एक चीज़ जड़ा अलमिया मैं इसनूं कहांगा कि साढ़े अदब विच भी ना ग्रोहबंदी है। साढ़े अदब विच मैं ये चीज़ इस चीज़ के खिलाफ हाँ कि नहीं होनी चाहिए कि कुछ शायरां ने कुछ अपने खास हल्के बनाए ने कि असी दाद भी देनी है तो अपने लोगों को देनी है, जबकि मैं समझना कि एक अच्छा मिसरा एक अच्छा शेर जड़ा होंदा है कि तुहाडे अंदरों तुहाडी रूह नूं हिला दिंदा है ते तुहाडे अंदरों एक जड़ी दाद निकलदी है उस शायर दा और शेर दा हक होंदा है। तुसी चेहरा नहीं देखना कि ताल्लुक नहीं देखना, तुसी उस शेर ते दाद देनी है और देनी चाहिए। साडा अलमिया है कि असी उस लैवल ते आके मतलब नहीं करदे, पजीराई नहीं करदे, जबकि मैं समझना कि शाबाशी देना या थपकी देना वो शायर नूं या किसी भी तखलीककार नूं वड्डा कर दिंदी है। और कोई भी तखलीककार जड़ा होंदा है मुसव्विर होवे, शायर होवे, गुलूकार होवे, एक्टर होवे, वट एवर फनून लतीफ़ा तू ताल्लुक रखने वाला कोई भी इंसान है ना, उसकी सब तो वड्डी जड़ी कमाई है ना वो शाबाशी और दाद है। और ये ईमानदारी नाल देना जड़ा मैं समझना कि हर एक बाज़ोक शख्सियत का काम है कि वो लाजमी तौर पर दें। ਤੇ ਮੁਬਸ਼ਰ ਸਾਹਿਬ ਤੁਸੀਂ ਇੱਕ ਸ਼ਾਇਰ ਦੇ ਹਵਾਲੇ ਨਾਲ ਮੁਤਮਈਨ ਹੋ ਕਿ ਜਿਲੇ ਅਸੀਂ ਗੱਲ ਕਰਨੇ ਆ ਪੰਜਾਬੀ ਅਦਬ ਦੀ, ਪੰਜਾਬੀ ਸ਼ਾਇਰੀ ਦੀ, ਤੇ ਤੁਸੀਂ ਮੁਤਮਈਨ ਹੋ ਕਿ चंगा काम हो रहा है, मतलब बहुत अच्छा काम हो रहा है, बहुत अच्छा काम, अच्छी शायरी हो रही है, म्यारी शायरी हो रही है। लेकिन मैं इस चीज़ शामिल करना चाहना इस रेडियो दे तवसत से मैं एक गल मेरी अगे जाएगी कि मेरी ख्वाहिश रही है हमेशा कि जड़े साढ़े सूफी बुजुर्ग ने उन्हां दी शायरी या उन्हां दा पैगाम या उन्हां दा कलाम जड़ा है वो नवी आने वाली नस्लां जड़ियां उन्हां तक पहुँचना चाहिए। और तुसी जड़ा काम कर रहे हो ये बड़ा मतलब बेखराज तहसीन मैं तुहानूं पेश करना कि तुसी बड़ा वड्डा काम कर रहे हो कि तुसी अदब दी प्रमोशन वास्ते पंजाबी अदब दे बारे, पंजाबी जुबान दे बारे बड़ा काम कर रहे हो, ये बड़ी यानी कि वड्डी गल है।
ਲੋ ਜੀ, ਸਾਨੂੰ ਬੜੇ ਨੰਨੇ ਮੁੰਨੇ ਫੂਲ ਪਿਆਰੇ ਪਿਆਰੇ ਬੱਚੇ ਵੀ ਸਾਨੂੰ ਸੁਣ ਰਹੇ ਨੇ। ਸਾਨੂੰ ਸੁਣ ਰਹੇ ਨੇ ਜੀ ਮੁਹੰਮਦ ਹੁਸੈਨ, ਤੇ ਇਹਨਾਂ ਨਾਲ ਦੋ ਪਿਆਰੀਆਂ ਪਿਆਰੀਆਂ ਇਹਨਾਂ ਦੀਆਂ ਭੈਣਾਂ ਜ਼ੈਨਬ ਤੇ ਅਰੀਸ਼ਾ ਵੀ ਸਾਨੂੰ ਸੁਣ ਰਹੀਆਂ ਨੇ। ਤੇ ਅੱਲਾਹ ਮੀਆਂ ਤੁਹਾਨੂੰ ਸਲਾਮਤ ਰੱਖੇ ਤੇ ਇਲਮ ਦੀ ਦੌਲਤ ਨਾਲ ਤੁਹਾਨੂੰ ਮਾਲੋ ਮਾਲ ਕਰੇ। ਹਾਂਜੀ, ਤੇ ਤੁਹਾਡੀ ਵਾਲਦਾ ਨੂੰ ਵੀ ਅੱਲਾਹ ਮੀਆਂ ਸਲਾਮਤ ਰੱਖੇ। ਤੇ ਸਾਡੇ ਨਾਲ ਮੌਜੂਦ ਨੇ ਮੁਬਸ਼ਰ ਸਲੀਮ ਬਸ਼ਰ ਹੋਰੀ, ਤੇ ਸ਼ਾਇਰ ਨੇ, ਇਹ ਜੁਐਲਰੀ ਡਿਜ਼ਾਈਨਿੰਗ ਵਿੱਚ ਮਹਾਰਤ ਰੱਖਦੇ ਨੇ ਤੇ ਇੱਕ ਤਨਜ਼ੀਮ ਵੀ ਚਲਾ ਰਹੇ ਨੇ। ਤੇ ਮੁਬਸ਼ਰ ਸਾਹਿਬ, ਤੁਸੀਂ ਸਾਨੂੰ ਇਹ ਦੱਸੋ ਕਿ ਜਿਹੜੇ ਨਵੇਂ ਲਿਖਣ ਵਾਲੇ ਨੇ, ਜਿਹੜੇ ਇਸ ਫੀਲਡ 'ਚ ਆ ਰਹੇ ਨੇ, ਉਹਨਾਂ ਨੂੰ ਤੁਸੀਂ ਕੀ ਪੈਗਾਮ ਦੇਵੋਗੇ? ਮੈਂ ਸਭ ਤੋਂ ਇੱਕ ਜ਼ਰੂਰੀ ਪੈਗਾਮ ਦੇਣਾ ਚਾਹਾਂਗਾ ਕਿ ਜਿਹੜੇ ਲਿਖਣ ਵਾਲੇ ਨੇ, ਨਵੇਂ ਲਿਖਣ ਵਾਲੇ ਨੇ, ਉਹਨਾਂ ਵਾਸਤੇ ਇਹ ਵੇ ਕਿ ਉਹਨਾਂ ਨੂੰ ਪੜ੍ਹਨਾ ਬਹੁਤ ਜ਼ਰੂਰੀ ਹੈ। ਜਦੋਂ ਤੱਕ ਉਹਨਾਂ ਦਾ ਮੁਤਾਲਿਆ ਨਹੀਂ ਹੋਏਗਾ, ਉਹ ਪੜ੍ਹਨਗੇ ਨਹੀਂ ਤੇ ਉਹ ਅੱਛਾ ਅਦਬ ਤਖਲੀਕ ਨਹੀਂ ਕਰ ਸਕਦੇ। ਉਹਨਾਂ ਵਾਸਤੇ ਜ਼ਰੂਰੀ ਹੈ ਕਿ ਉਹ ਮਕਸਦ ਹੈ ਕਿ ਗਾਲਿਬ ਨੂੰ ਪੜ੍ਹ ਦੇਣ ਤੇ ਗਾਲਿਬ ਨੂੰ ਅਲਿਫ ਤੋਂ ਲੈ ਕੇ ਇਹ ਤੱਕ ਪੜ੍ਹਨ, ਮੀਰ ਨੂੰ ਪੜ੍ਹ ਦੇਣ ਤੇ ਮੀਰ ਨੂੰ ਪੜ੍ਹਨ, ਇਕਬਾਲ ਸ਼ਨਾਸੀ ਤੇ ਆਉਂਦੇ ਨੇ ਤੇ ਇਕਬਾਲ ਨੂੰ ਪੜ੍ਹਨ ਤੇ ਸਮਝਣ ਔਰ ਇਹਨਾਂ ਚੀਜ਼ਾਂ ਨੂੰ ਅਬਜ਼ਰਵ ਕਰਨ। ਇਸੇ ਤਰ੍ਹਾਂ ਜਦੋਂ ਉਹ ਪੰਜਾਬੀ ਅਦਬ ਦੇ ਬਾਰੇ ਕੰਮ ਕਰਨਗੇ ਤੇ ਵਾਰਿਸ ਸ਼ਾਹ ਨੂੰ ਪੜ੍ਹਨ, ਬੁੱਲੇ ਸ਼ਾਹ ਨੂੰ ਪੜ੍ਹਨ, ਬਾਬਾ ਫਰੀਦ ਨੂੰ ਪੜ੍ਹਨ, ਸੁਲਤਾਨ ਬਾਹੂ ਨੂੰ ਪੜ੍ਹਨ। ਇਹ ਕਿਉਂ ਜ਼ਰੂਰੀ ਹੈ ਕਿ ਇਹ ਉਹਨਾਂ ਦੀ ਸੋਚ ਨੂੰ ਨਿਖਾਰ ਦੇਣਗੇ। ਇਹ ਕਲਾਮ ਉਹਨਾਂ ਦੀ ਸੋਚਾਂ ਤੇ ਆਪਣੇ ਵੱਡਿਆਂ ਤੋਂ, ਜਿਹੜੇ ਵੱਡਿਆਂ ਦਾ ਅਦਬ ਹੈ, ਉਹ ਬੜਾ ਜ਼ਰੂਰੀ ਹੈ। ਬਿਲਕੁਲ। ਤੇ ਤੁਸੀਂ ਉਹਨਾਂ ਨੂੰ ਪੜ੍ਹ ਕੇ, ਉਹਨਾਂ ਨੂੰ ਸੋਚ ਕੇ, ਉਹਨਾਂ ਦੀ ਰਾਵਾਂ ਦੇਖ ਕੇ ਤੇ ਜਦੀਦੀਅਤ ਵਿੱਚ ਆ ਕੇ ਤੁਸੀਂ ਤਖਲੀਕ ਕਰੋਗੇ ਤੇ ਤੁਹਾਡਾ ਕੰਮ ਹੋਰ ਨਿਖਰ ਕੇ ਸਾਹਮਣੇ ਆਵੇਗਾ। ਮੇਰਾ ਇਹੀ ਪੈਗਾਮ ਹੈ ਨਵੇਂ ਲਿਖਣ ਵਾਲਿਆਂ ਨੂੰ ਕਿ ਤੁਸੀਂ ਪੜ੍ਹਨਾ ਬਹੁਤ ਜ਼ਰੂਰੀ ਹੈ। ਵਾਹ। ਔਰ ਸੁਰਤ ਮਕਸਦ ਸਿਰਫ ਇਹ ਨਹੀਂ ਹੋਣਾ ਚਾਹੀਦਾ ਕਿ ਅਸੀਂ ਡਿਗਰੀਆਂ ਲੈਣੀਆਂ ਨੇ, ਤੁਸੀਂ ਆਪਣੇ ਜ਼ੌਕੋ ਸ਼ੌਕ ਨਾਲ ਪੜ੍ਹੋ, ਲਾਜ਼ਮੀ ਤੌਰ ਤੇ। ਔਰ ਦੂਸਰੇ ਜਿਹੜੇ ਤਾਲਿਬ ਇਲਮ ਨੇ, ਜਿਹੜੇ ਮਤਲਬ ਇੱਕ ਇਸ ਚੀਜ਼ ਨੂੰ ਇਹ ਸਮਝਦੇ ਕਿ ਅਦਬ ਜਿਹੜਾ ਹੈ ਖਾਲੀ ਪੇਪਰ ਪਾਸ ਕਰਨੇ ਦਾ ਇੱਕ ਜ਼ਰੀਆ, ਤੇ ਮੈਂ ਉਹਨਾਂ ਨੂੰ ਵੀ ਇਹੀ ਕਹਾਂਗਾ ਕਿ ਇਸ ਪੈਗਾਮ ਨੂੰ ਸਿਰਫ ਪੇਪਰ ਨਾ ਪਾਸ ਕਰਨ, ਇਸ ਪੈਗਾਮ ਨੂੰ ਵੀ ਸਮਝਣ। ਮੈਂ ਇੱਕ ਬੜੀ ਮਤਲਬ ਇਹ ਗੱਲ ਕਰਦਾ ਹੁੰਦਾ ਕਿ ਅਸੀਂ ਨਾ ਸਕੂਲਾਂ 'ਚ ਇੱਕ ਕੰਮ ਹੁੰਦਾ ਕਿ ਸਾਡੇ ਬੱਚੇ ਅਸੈਂਬਲੀ ਟਾਈਮ ਹੁੰਦਾ ਤੇ ਉਸ ਵਿੱਚ ਖਲੋ ਕੇ ਕਰਦੇ ਨੇ ਕਿ ਜੀ ਲੱਪੇ ਰੋਜ਼ਾਨਾ ਪੜ੍ਹਦੇ ਨੇ, ਲੱਪੇ ਆਤੀ ਹੈ ਦੁਆ, ਕਲਾਮ ਇਕਬਾਲ, ਲੱਪੇ ਆਤੀ ਹੈ ਦੁਆ ਬਨ ਕੇ ਤਮੰਨਾ ਮੇਰੀ, ਜ਼ਿੰਦਗੀ ਸ਼ਮਾ ਕੀ ਸੂਰਤ ਹੋ ਖੁਦਾਇਆ ਮੇਰੀ। ਤੇ ਹੁਣ ਮੈਂ ਕੀ ਕਹਿਣਾ, ਮੈਂ ਇਹ ਕਹਿਣਾ ਕਿ ਜਦੋਂ ਤੁਸੀਂ ਬੱਚੇ ਨੂੰ ਰੱਟਾ ਨਹੀਂ ਲਵਾਉਣਾ, ਖਾਲੀ ਪੜ੍ਹਾਉਣਾ ਨਹੀਂ, ਖਾਲੀ ਕਿ ਬਸ ਇਹ ਸਵੇਰੇ ਪੜ੍ਹ ਲਿੱਤਾ, ਉਸ ਨੂੰ ਅਪਲਾਈ ਕਰਨਾ ਕਿ ਤੁਸੀਂ ਜ਼ਿੰਦਗੀ ਸ਼ਮਾ ਦੀ ਸੂਰਤ ਬਣਨੀ ਕਿਸ ਤਰ੍ਹਾਂ ਤੁਹਾਡੀ, ਉਹ ਤੁਸੀਂ ਆਪਣੀ ਜ਼ਿੰਦਗੀ 'ਚ ਅਪਲਾਈ ਕਰੋ। ਆਪਣੇ ਅਦਬ ਨੂੰ ਤੁਸੀਂ ਗਰੀਬਾਂ ਦੇ ਕੰਮ ਕਿਸ ਤਰ੍ਹਾਂ ਆਉਣਾ ਹੈ, ਇਹ ਤੁਹਾਡੀ ਦੇਖੋ ਤਾਲੀਮ ਦੇ ਨਾਲ ਇੱਕ ਤਰਬੀਅਤ ਹੈ, ਉਹ ਲਾਜ਼ਮ ਮਲਜ਼ੂਮ ਇਹ ਚੀਜ਼ਾਂ ਨੇ। ਤੇ ਅਸੀਂ ਕੀ ਕਰ ਰਹੇ ਹਾਂ, ਤਾਲੀਮ ਦੇ ਰਹੇ ਹਾਂ ਸਿਰਫ, ਤਰਬੀਅਤ ਨਹੀਂ ਹੋ ਰਹੀ ਕਿੱਥੇ। ਤਰਬੀਅਤ ਬੜੀ ਜ਼ਰੂਰੀ ਹੈ, ਕਿਰਦਾਰ ਸਾਜ਼ੀ ਬਹੁਤ ਜ਼ਰੂਰੀ ਹੈ। ਅਸੀਂ ਅਗਰ ਚਾਹੁੰਦੇ ਹਾਂ, ਔਰ ਇੱਕ ਚੀਜ਼ ਮੈਂ ਇੱਕ ਰੇਡੀਓ ਦੇ ਤਵਸਤ ਤੋਂ ਹੀ ਕਰਨਾ ਚਾਹੁੰਦਾ ਕਿ ਅਸੀਂ ਇੱਕ ਚੀਜ਼ ਇਹ ਕਰਦੇ ਹਾਂ ਕਿ ਅਸੀਂ ਅੱਛੇ ਲੈਵਲ ਤੇ ਜਾ ਕੇ ਪੜ੍ਹਦੇ ਹਾਂ। ਜ਼ਰਖੇਜ਼ ਦਿਮਾਗ ਜਿਹੜੇ ਸਾਡੇ ਹੁੰਦੇ ਨੇ, ਪਾਕਿਸਤਾਨ ਨੂੰ ਛੋੜ ਕੇ ਦੂਸਰੇ ਮੁਮਾਲਿਕ ਹੀ ਚਲੇ ਜਾਂਦੇ ਨੇ। ਤੇ ਮੈਂ ਬੇਨਤੀ ਕਰਨਾ ਸਾਰੇ ਆਪਣੇ ਸਟੂਡੈਂਟਸ, ਆਪਣੇ ਜਿਹੜੇ ਪੜ੍ਹਨੇ ਲਿਖਣੇ ਵਾਲੇ ਬੱਚੇ ਨੇ, ਕਿ ਤੁਸੀਂ ਇਸ ਮੁਲਕ ਨੂੰ ਅੱਗੇ ਸੰਭਾਲਣਾ, ਤੁਸੀਂ ਅੱਗੇ ਚਲਾਉਣਾ। ਤੇ ਤੁਹਾਡੀ ਜਿਹੜੀ ਜ਼ਰਖੇਜ਼ੀ ਹੈ, ਅਗਰ ਤੁਹਾਡੇ ਇਸ ਕੰਮ ਨਾ ਆਵੇ, ਇਸ ਮੁਲਕ ਦੇ ਕੰਮ ਨਾ ਆਵੇ, ਤੇ ਕੋਈ ਫਾਇਦਾ ਨਹੀਂ ਹੋਣਾ। ਬੜੀ ਚੰਗੀ ਤੁਸੀਂ ਗੱਲ ਕੀਤੀ ਹੈ ਕਿ ਤਰਬੀਅਤ ਸਾਜ਼ੀ ਜਿਹੜੀ ਹੈ ਉਹ ਬੜੀ ਜ਼ਰੂਰੀ ਹੈ, ਤੇ ਬੱਚੇ ਸਾਡੇ ਕੌਮ ਦਾ ਮੁਸਤਕਬਲ ਨੇ, ਅੱਗੋਂ ਇਹਨਾਂ ਨੇ ਸਾਰਾ ਨਿਜ਼ਾਮ ਸੰਭਾਲਣਾ। ਤੇ ਸਾਡੇ ਸ਼ੋਅ ਦਾ ਵੇਲਾ ਜਿਹੜਾ ਉਹ ਤਕਰੀਬਨ ਮੁੱਕਣ ਲੱਗਾ, ਤੇ ਅਸੀਂ ਚਾਹਾਂਗੇ ਕਿ ਅਸੀਂ ਤੁਹਾਡੇ ਕੋਲ ਜਿਹੜਾ ਨਾ ਉਹ ਜ਼ਿਆਦਾ ਤੋਂ ਜ਼ਿਆਦਾ ਪੰਜਾਬੀ ਦਾ ਕਲਾਮ ਸੁਣੀਏ, ਤੇ ਤੁਸੀਂ ਸਾਨੂੰ ਇਨਾਇਤ ਫਰਮਾਓ ਜੀ। ਮੈਂ ਇੱਕ ਕਲਾਮ ਸੁਣਾਉਣਾ ਪੰਜਾਬੀ ਦਾ ਕਿ ਜੀ ਮੌਜੂਦਾ ਹਾਲਾਤ ਦੇ ਹਵਾਲੇ ਨਾਲ, ਕਿ ਚਾਰੋਂ ਪਾਸੇ ਰੋਗ ਬਲਾਵਾਂ ਵਰਗੇ ਨੇ, ਚਾਰੋਂ ਪਾਸੇ ਰੋਗ ਬਲਾਵਾਂ ਵਰਗੇ ਨੇ, ਹਾਸੇ ਸਾਡੇ ਹੰਝੂਆਂ ਹਾਵਾਂ ਵਰਗੇ ਨੇ, ਤੇ ਹਾੜੇ ਚੁੱਕੇ ਉਮਰ ਗੁਜ਼ਾਰੀ ਟੁਰਦੇ ਰਹੇ, ਹਾੜੇ ਚੁੱਕੇ ਉਮਰ ਗੁਜ਼ਾਰੀ ਟੁਰਦੇ ਰਹੇ, ਪੈਂਡੇ ਸਾਡੇ ਸ਼ੋ ਦਰਿਆਵਾਂ ਵਰਗੇ ਨੇ। ਤੇ ਸ਼ੇਰ ਦੇਖਿਓ ਨਾਸਿਰ ਭਾਈ ਕਿ ਝੋਲੀ ਚੁੱਕੇ ਮਾਂ ਦੁਆਵਾਂ ਮੰਗਦੀ ਰਹੀ, ਝੋਲੀ ਚੁੱਕੇ ਮਾਂ ਦੁਆਵਾਂ ਮੰਗਦੀ ਰਹੀ, ਮੇਰੇ ਪਿਓ ਦੇ ਹੱਥ ਦੁਆਵਾਂ ਵਰਗੇ ਨੇ। ਜਦੋਂ ਮਜ਼ਦੂਰ ਹੁੰਦਾ ਨਾ, ਉਹ ਆਪਣੇ ਬੱਚੇ ਨੂੰ ਕਿਸ ਤਰ੍ਹਾਂ ਪਾਲਦਾ, ਇਹ ਉਹਦੇ ਹੱਥ ਜਾਣਦੇ ਨੇ। ਜਦੋਂ ਹੱਥਾਂ ਤੇ ਛਾਲੇ ਹੁੰਦੇ ਨੇ, ਮਿਹਨਤ ਕਰਕੇ ਬੱਚੇ ਕਿਸ ਤਰ੍ਹਾਂ ਪਾਲਦੇ ਨੇ, ਵਾਲਦ ਜਿਹੜੇ ਹੁੰਦੇ ਨੇ, ਕਿ ਝੋਲੀ ਚੁੱਕੇ ਮਾਂ ਦੁਆਵਾਂ ਮੰਗਦੀ ਹੈ ਤੇ ਮੇਰੇ ਪਿਓ ਦੇ ਹੱਥ ਦੁਆਵਾਂ ਵਰਗੇ ਨੇ। ਤੇ ਸ਼ੇਰ ਸੁਣਿਓ ਕਿ ਵੀਰਾਂ ਬਾਜ ਦੁਨੀਆ ਬੀਬਾ ਹੋਰ ਜਈ, ਵੀਰਾਂ ਬਾਜ ਦੁਨੀਆ ਬੀਬਾ ਹੋਰ ਜਈ, ਸੁੱਚੇ ਰਿਸ਼ਤੇ ਬੋੜ ਦੀ ਛਾਵਾਂ ਵਰਗੇ ਨੇ। ਵੀਰਾਂ ਬਾਜ ਦੁਨੀਆ ਬੀਬਾ ਹੋਰ ਜਈ, ਸੁੱਚੇ ਰਿਸ਼ਤੇ ਬੋੜ ਦੀ ਛਾਵਾਂ ਵਰਗੇ ਨੇ। ਤੇ ਇਸ਼ਕਾ ਤੇਰੀ ਸੋਚ ਅਵਲੜੀ ਔਖੀ ਏ, ਇਸ਼ਕਾ ਤੇਰੀ ਸੋਚ ਅਵਲੜੀ ਔਖੀ ਏ, ਤੇਰੇ ਸਾਰੇ ਕੰਮ ਖਤਾਵਾਂ ਵਰਗੇ ਨੇ। ਤੇ ਬੜਾ ਅਲਮੀ ਹੈ ਇਸ ਸ਼ੇਰ ਵਿੱਚ ਕਿ ਸਾਡੀਆਂ ਚੀਕਾਂ ਨਿਤ ਖੜਾਕੇ ਇੱਕੋ ਜੇ,
ਸਾਡੀਆਂ ਚੀਕਾਂ ਨਿਤ ਖੜਾਕੇ ਇੱਕੋ ਜੇ, ਸਾਡੇ ਦਿਲ ਦੇ ਸੋਗ ਵਿਆਹਾਂ ਵਰਗੇ ਨੇ। ਤੇ ਸ਼ੇਰ ਹੈ ਕਿ ਤਸਵੁਫ ਦਾ ਇੱਥੇ ਤੁਸੀਂ ਰੰਗ ਦੇਖੋਗੇ ਕਿ ਸਾਡੇ ਸੀਨੇ ਇਸ਼ਕ ਅੱਲਾ ਦਾ ਵਸਦਾ ਏ, ਸਾਡੇ ਸੀਨੇ ਇਸ਼ਕ ਅੱਲਾ ਦਾ ਵਸਦਾ ਏ, ਸਾਡੇ ਦੀਵੇ ਅਤ ਹਵਾਵਾਂ ਵਰਗੇ ਨੇ। ਸਾਡੇ ਸੀਨੇ ਇਸ਼ਕ ਅੱਲਾ ਦਾ ਵਸਦਾ ਏ, ਸਾਡੇ ਦੀਵੇ ਅਤ ਹਵਾਵਾਂ ਵਰਗੇ ਨੇ। ਕਿ ਸੋਚਾਂ ਦੇ ਵਿੱਚ ਚਾਨਣ ਤੇਰੀਆਂ ਸੋਚਾਂ ਦਾ, ਸੋਚਾਂ ਦੇ ਵਿੱਚ ਚਾਨਣ ਤੇਰੀਆਂ ਸੋਚਾਂ ਦਾ, ਚੇਤੇ ਤੇਰੇ ਤਤੀਆਂ ਸਾਵਾਂ ਵਰਗੇ ਨੇ। ਤੇ ਯਾਰ ਮੁਬਸ਼ਰ ਬੋਲ ਤੇਰੇ ਸਭ ਫੁੱਲਾਂ ਜੇ, ਯਾਰ ਮੁਬਸ਼ਰ ਬੋਲ ਤੇਰੇ ਸਭ ਫੁੱਲਾਂ ਜੇ, ਰੀਝਾਂ ਸਦਰਾਂ ਵਰਗੇ ਚਾਵਾਂ ਵਰਗੇ ਨੇ। ਤੇ ਚਾਰੋਂ ਪਾਸੇ ਰੋਗ ਬਲਾਵਾਂ ਵਰਗੇ ਨੇ, ਹਾਸੇ ਸਾਡੇ ਹੰਝੂਆਂ ਹਾਵਾਂ ਵਰਗੇ ਨੇ। ਵਾਹ 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 ਵਾਹ, ਬੜਾ ਸੋਹਣਾ ਤੁਸੀਂ ਕਲਾਮ ਸੁਣਾਇਆ। ਤੇ ਅਸੀਂ ਤੁਹਾਡੇ ਕੋਲ ਇੱਕ ਨਜ਼ਮ ਸਮੇਂ ਦਾ ਸਾਹਿਬ ਜਿਹੜਾ ਤੁਸੀਂ ਆ ਫਿਰ ਜ਼ਿਕਰ ਕੀਤਾ ਉਹ ਵੀ ਸੁਣਨੀ ਹੈ, ਤੇ ਇੱਕ ਸੁਣਿਆ ਗੀਤ ਫੇਰ ਪਤ ਕੇ ਆਨੇ ਆ। ਸੁਣਦੇ ਰਹਿਣਾ FM ਪੰਜਾਬ ਰੰਗ 99.4। ਗੋਰੇ ਰੰਗ ਤੇ ਦੁਪੱਟਿਆਂ ਦੀ ਛਾਂ ਕਰਕੇ ਦਿਲ ਲੈ ਜਾ ਨਿੱਕੀ ਜਿਹੀ ਹਾਂ ਕਰਕੇ। ਤੇ ਨਿੱਕੀ ਜੀ ਹਾਂ ਨਾਲ ਮੁਬਸ਼ਰ ਸਾਹਿਬ ਬੜੇ ਵੱਡੇ ਵੱਡੇ ਕੰਮ ਹੋ ਜਾਂਦੇ ਨੇ। ਤੇ ਤੁਸੀਂ ਸੁਣ ਰਹੇ ਹੋ FM ਪੰਜਾਬ ਰੰਗ 99.4। ਮੈਂ ਨਾਸਿਰ ਅਹਿਮਦ ਤੇ ਮੇਰੇ ਨਾਲ ਪੈਨਲ ਤੇ ਮੌਜੂਦ ਨੇ ਸੈयद ਇਮਾਦ ਤਾबिश। ਤੇ ਅੱਜ ਦੇ ਸਾਡੇ ਪ੍ਰਾਹੁਣੇ ਮੁਬਸ਼ਰ ਸਲੀਮ ਬਸ਼ਰ ਸਾਹਿਬ, ਇਹ ਬੁਨਿਆਦੀ ਤੌਰ ਤੇ ਸ਼ਾਇਰ ਨੇ ਤੇ ਜੁਐਲਰੀ ਡਿਜ਼ਾਈਨਿੰਗ ਵਿੱਚ ਬੜੀ ਮਹਾਰਤ ਰੱਖਦੇ ਨੇ। ਤੇ ਇਸ ਤੋਂ ਇਲਾਵਾ ਜਿਹੜਾ ਇੱਕ ਅਦਬੀ ਸਕਾਫਤੀ ਤੇ ਸਮਾਜੀ ਤਨਜ਼ੀਮ ਵੀ ਚਲਾ ਰਹੇ ਨੇ ਸੋਚ ਦੇ ਨਾਂ ਤੋਂ। ਤੇ ਬੜੇ ਕੁਝ ਸਟੂਡੈਂਟ ਵੀ ਸਾਨੂੰ ਸੁਣ ਰਹੇ ਨੇ, ਐਨਾ ਤੇ ਅਨਮ। ਤੇ ਅਸੀਂ ਉਹਨਾਂ ਨੂੰ ਦੁਆ ਦਿੰਦੇ ਹਾਂ, ਅੱਲਾ ਮੀਆਂ ਉਹਨਾਂ ਨੂੰ ਕਾਮਯਾਬੀਆਂ ਤੋਂ ਨਵਾਜ਼ੇ। ਤੇ ਸਾਡੇ ਸ਼ੋਅ ਦਾ ਚੁੱਕੇ ਵੇਲਾ ਮੁੱਕਣ ਲੱਗਾ ਤੇ ਅਸੀਂ ਗੁਜ਼ਾਰਿਸ਼ ਕਰਾਂਗੇ ਅੱਜ ਦੇ ਪ੍ਰਾਹੁਣੇ ਮੁਬਸ਼ਰ ਸਲੀਮ ਹੋਰਾਂ ਕੋਲੋਂ ਕਿ ਤੁਸੀਂ ਜਿਹੜਾ ਮਜ਼ੀਦ ਆਪਣੇ ਕਲਾਮ ਤੋਂ ਸਾਡੇ ਸੁਣਨ ਵਾਲਿਆਂ ਨੂੰ ਨਵਾਜ਼ੋ। ਨਜ਼ਮ ਤੁਹਾਨੂੰ ਸੁਣਾਉਣਾ ਜੀ, ਸੁਣਨ ਵਾਲਿਆਂ ਨੂੰ ਸਾਰਿਆਂ ਨੂੰ, ਕਿ ਨਜ਼ਮ ਦਾ ਉਨਵਾਨ ਹੈ ਸਮੇਂ ਦਾ ਸੱਪ। ਤੇ ਇਹ ਜਦੋਂ ਨਜ਼ਮ ਲਿਖੀ ਤੇ ਆਪਣੇ ਬੜੇ ਸਾਡੇ ਕਰੀਬੀ ਦੋਸਤ ਨੇ ਉਹਨੂੰ ਸੁਣਾਈ ਤੇ ਉਹ ਕਹਿੰਦੇ ਨੇ ਯਾਰ ਇਹ ਆਪਣੀ ਉਮਰ ਤੋਂ 50 ਸਾਲ ਵੱਡੀ ਨਜ਼ਮ ਲਿਖ ਕੇ ਲਿਆਏ। ਨਜ਼ਮ ਸੁਣਿਓ ਕਿ ਮੈਨੂੰ ਸਭ ਸਮੇਂ ਦਾ ਡੰਗਦਾ ਮੈਂ ਪਾਂਦਾ ਫਿਰਾਂ ਧਮਾਲ, ਮੈਨੂੰ ਸਭ ਸਮੇਂ ਦਾ ਡੰਗਦਾ ਮੈਂ ਪਾਂਦਾ ਫਿਰਾਂ ਧਮਾਲ, ਮੈਨੂੰ ਸਭ ਸਮੇਂ ਦਾ ਡੰਗਦਾ ਮੇਰੀ ਨੀਲੀ ਹੋ ਗਈ ਚਾਲ। ਮੈਂ ਜੀਵਨ ਦਾ ਇੱਕ ਰਾਜਾ ਮੈਨੂੰ ਮੌਤ ਨਾ ਆਵੇ ਨਿਤ, ਮੈਂ ਮੌਤ ਨੂੰ ਜੇਕਰ ਬੈਠਾ ਅੱਜ ਚਾਰੋ ਸ਼ਾਨੇ ਚਿੱਤ। ਮੈਨੂੰ ਸਭ ਸਮੇਂ ਦਾ ਡੰਗਦਾ ਮੇਰੇ ਹੱਥ ਹੈ ਖਾਲੀ ਥਾਲ, ਮੈਨੂੰ ਸਭ ਸਮੇਂ ਦਾ ਡੰਗਦਾ ਮੇਰੇ ਹੱਥ ਹੈ ਖਾਲੀ ਥਾਲ। ਨਾ ਰੋਟੀ ਟੁੱਕਰ ਲੱਭਦਾ ਇਹ ਥਾਲ ਹੀ ਬਣਿਆ ਢਾਲ, ਫਿਰ ਔਖੇ ਪੈਂਡੇ ਜਿੰਦ ਦੇ ਫਿਰ ਔਖੀ ਇਹਨਾਂ ਦੀ ਚਾਲ। ਇੱਥੇ ਨਿਤ ਹਨੇਰਾ ਜਾਪਦਾ ਭਾਵੇਂ ਅੱਖੀ ਭਲੇ ਮਿਸ਼ਾਲ। ਤੇ ਮੈਨੂੰ ਸਭ ਸਮੇਂ ਦਾ ਡੰਗਦਾ ਸਿਰ ਮਿੱਟੀ ਨਾਲੇ ਖੇ, ਮੈਨੂੰ ਸਭ ਸਮੇਂ ਦਾ ਡੰਗਦਾ ਸਿਰ ਮਿੱਟੀ ਨਾਲੇ ਖੇ। ਜੇ ਹੁਣ ਵਿਛੋੜਾ ਪੈ ਗਿਆ ਲੈ ਜਾਣੇ ਸਾਰੇ ਲੈ, ਨਾਲ ਹੱਥਾਂ ਪੈਰਾਂ ਗੁੰਜਦਾ ਨਾਲੇ ਸਿਰ ਮਿੱਟੀ ਘੁਮਿਆਰ। ਮੈਂ ਵਾਂਗ ਮੈਂ ਹੀ ਨਹੀਂ ਡੁੱਬਦਾ ਪਰ ਤੈਨੂੰ ਕਰਦਾ ਪਿਆਰ। ਹੁਣ ਕੋਈ ਨਹੀਂ ਮੈਨੂੰ ਸੰਗਦਾ ਜਦ ਤੇਰੀ ਗਲੀ ਤੂੰ ਲੰਘਦਾ, ਤੂੰ ਦਰਦ ਵਿਛੋੜਾ ਪਾ ਲਿਆ ਮੈਂ ਰੱਬ ਤੋਂ ਤੈਨੂੰ ਮੰਗਦਾ। ਹੁਣ ਛੇਤੀ ਆ ਜਾ ਸਜਣਾ ਨਾ ਘੜੀ ਨਾ ਵੇਲਾ ਲੰਘਦਾ, ਇਹ ਗਾਰਾ ਮਿੱਟੀ ਹੋ ਗਿਆ ਦਿਲ ਸੂਵੇ ਸਾਵੇ ਰੰਗ ਦਾ। ਇਹ ਚੱਲਾ ਕਮਲਾ ਕੰਮਦਾ ਮੈਂ ਸੋਚ ਨੂੰ ਕਿੱਲੀ ਟੰਗਦਾ, ਮੈਂ ਸੋਚ ਨੂੰ ਕਿੱਲੀ ਟੰਗਦਾ, ਜਦ ਸੋਚ ਨੂੰ ਕਿੱਲੀ ਟੰਗਦਾ ਮੈਨੂੰ ਸਭ ਸਮੇਂ ਦਾ ਡੰਗਦਾ, ਮੈਨੂੰ ਸਭ ਸਮੇਂ ਦਾ ਡੰਗਦਾ। ਵਾਹ 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 ਵਾਹ, ਜੇ ਹੁਣ ਵਿਛੋੜਾ ਪੈ ਗਿਆ ਲੈ ਜਾਣੇ ਸਾਰੇ ਲੈ। ਵਾਹ 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 ਵਾਹ, ਬੜਾ ਸੋਹਣਾ ਕਲਾਮ ਤੁਸੀਂ ਸੁਣ ਰਹੇ ਸੋ। ਤੇ ਮੈਂ ਦੱਸਦਾ ਚੱਲਾਂ ਕਿ ਬਹੁਤ ਸਾਰੇ ਲੋਕੀ ਸਾਨੂੰ ਸੁਣ ਰਹੇ ਨੇ। I8 ਤੋਂ ਆਫਰੀਨ ਹੋਰਾਂ ਨੇ ਸਾਨੂੰ ਮੈਸੇਜ ਕੀਤਾ ਤੇ ਮੁਬਸ਼ਰ ਸਾਹਿਬ ਉਹ ਤੁਹਾਡੇ ਕਲਾਮ ਦੀ ਤਾਰੀਫ ਕਰ ਰਹੀਆਂ ਨੇ ਤੇ FM ਪੰਜਾਬ ਰੰਗ ਦੇ ਵਿਹੜੇ 'ਚ ਤੁਹਾਨੂੰ ਜੀ ਆਇਆਂ ਨੂੰ ਕਹਿ ਰਹੀਆਂ ਨੇ। ਸਾਡੇ ਕੋਲ ਟਾਈਮ ਜਿਹੜਾ ਉਹ ਤਕਰੀਬਨ ਮੁੱਕ ਚੁੱਕਿਆ ਹੈ ਤੇ ਮੈਂ ਚਾਹਾਂਗਾ ਜਾਂਦੇ ਜਾਂਦੇ ਤੁਸੀਂ ਮਜ਼ੀਦ ਕਲਾਮ ਤੋਂ ਸਾਡੇ ਸੁਣਨ ਵਾਲਿਆਂ ਨੂੰ ਨਵਾਜ਼ੋ। ਮੈਂ ਇੱਕ ਨਜ਼ਮ ਸੁਣਾਨਾ, ਸੋਚ। ਨਜ਼ਮ ਹੈ ਜੀ ਕਿ ਸੋਚਾਂ ਮੈਨੂੰ ਸੌਣ ਨਾ ਦੇਵਨ, ਸੋਚਾਂ ਮੈਨੂੰ ਸੌਣ ਨਾ ਦੇਵਨ, ਰਾਤਾਂ ਮੇਰੇ ਆਲ ਦੁਆਲੇ ਲੱਖਾਂ ਸੋਚਾਂ ਪਾਣ ਧਮਾਲਾਂ, ਸੀਨੇ ਉੱਤੇ ਮਾਰਨ ਛਾਲਾਂ। ਸੋਚਾਂ ਦੀ ਏ ਜ਼ਹਿਰ ਪਟਾਰੀ ਚੇਤੇ ਲਾਈ ਇਸ਼ਕ ਖੁਮਾਰੀ, ਸੋਚਾਂ ਉੱਤੇ ਸੋਚਾਂ ਥੱਲੇ ਸਾਰੀਆਂ ਸੋਚਾਂ ਮੇਰੇ ਪੱਲੇ। ਸੋਚਾਂ ਮੇਰੀਆਂ ਅੱਖਾਂ ਸੀਨੇ, ਸੋਚਾਂ ਦੇ ਵਿੱਚ ਸਾਲ ਮਹੀਨੇ, ਸੋਚਾਂ ਵਾਲਾ ਇਸ਼ਕ ਅਨੋਖਾ, ਸੋਚਾਂ ਦੇਵਣ ਸੋਚ ਨੂੰ ਧੋਖਾ। ਸੋਚ ਅਵਲੜੀ ਸੋਚ ਨਮਾਣੀ, ਸੋਚ ਵਗਾਏ ਅੱਖੀ ਪਾਣੀ,
ਸੋਚ ਨੂੰ ਕਿਵੇਂ ਮਗਰੋਂ ਲਾਵਾਂ, ਸੋਚਾਂ ਕਿਵੇਂ ਚੁੱਲ੍ਹੇ ਪਾਵਾਂ, ਬੇਫਿਕਰੀ ਵਿੱਚ ਜਿੰਦ ਲੰਘਾਵਾਂ, ਖੇਡਾਂ ਖੇਡਾਂ ਟੱਪੇ ਗਾਵਾਂ, ਮੁੜ ਮੁੜ ਸੋਚਾਂ ਸੋਚ ਕੇ ਸੋਚਾਂ, ਸੋਚਾਂ ਦੀ ਹਰ ਕੰਧ ਦੇ ਅੱਗੇ, ਸੋਚਾਂ ਦਾ ਹੀ ਦਰਿਆ, ਸੋਚ ਨੇ ਲਾਇਆ ਫਾ। ਵਾਹ 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 ਵਾਹ, ਕਿਆ ਖੂਬ। ਤੇ ਮੁਬਸ਼ਰ ਸਾਹਿਬ, ਸਾਡੇ ਸ਼ੋਅ ਦਾ ਵੇਲਾ ਹੁਣ ਮੁੱਕ ਚੁੱਕਿਆ ਹੈ ਤੇ ਮੈਂ ਚਾਹਾਂਗਾ ਜਾਂਦੇ ਜਾਂਦੇ ਤੁਸੀਂ ਸਾਡੇ ਸੁਣਨ ਵਾਲਿਆਂ ਲਈ ਕੀ ਪੈਗਾਮ ਦੇਣਾ ਚਾਹੋਗੇ? ਮੈਂ ਸੁਣਨ ਵਾਲਿਆਂ ਨੂੰ ਔਰ ਖ਼ਾਸ ਤੌਰ ਤੇ ਸਟੂਡੈਂਟਸ ਜਿਹੜੇ ਨੇ ਉਹਨਾਂ ਨੂੰ ਇਹੀ ਕਹਾਂਗਾ ਕਿ ਜੀ ਅਦਬ ਨਾਲ ਲਗਾਓ ਜਿਹੜਾ ਹੈ ਉਹ ਬੜਾ ਜ਼ਰੂਰੀ ਹੈ, ਕਿਉਂਕਿ ਮੈਂ ਬਜ਼ਾਤੇ ਖੁਦ ਸ਼ਾਇਰ ਅਦੀਬ ਹੋਣ ਦੇ ਨਾਤੇ ਕਿ ਜਿਹੜਾ ਤੁਸੀਂ ਅਦਬੀ ਨਿਗਾਹ ਨਾਲ ਦੁਨੀਆ ਨੂੰ ਜਦੋਂ ਦੇਖਦੇ ਹੋ ਨਾ ਤੇ ਉਹ ਬੜੀ ਖਾਸ ਔਰ ਬੜੀ ਰੋਸ਼ਨ ਨਿਗਾਹਾਂ ਆਉਂਦੀਆਂ ਨੇ ਕਿ ਤੁਹਾਨੂੰ ਬੜਾ ਕੁਝ ਨਜ਼ਰ ਆਉਂਦਾ ਹੈ। ਤੇ ਇਸ ਵਾਸਤੇ ਮੇਰਾ ਇਹ ਪੈਗਾਮ ਹੈ ਕਿ ਤੁਸੀਂ ਅਦਬ ਨੂੰ ਪੜ੍ਹੋ, ਲਾਜ਼ਮੀ ਤੌਰ ਤੇ ਅਦਬੀ ਚਾਹੋ ਔਰ ਜਿਹੜੇ ਸ਼ੋਰਾ ਨੇ, ਜਿਹੜੇ ਉਦਬਾ ਨੇ, ਉਹਨਾਂ ਦਾ ਕਲਾਮ ਪੜ੍ਹ ਕੇ ਉਹ ਦੇਖੋ ਕਿ ਉਹ ਕੀ ਕਹਿ ਰਹੇ ਨੇ। ਲਾਜ਼ਮੀ ਤੌਰ ਤੇ ਜਿਹੜੇ ਸਾਡੇ ਸੂਫੀ ਬਜ਼ੁਰਗ ਨੇ ਉਹਨਾਂ ਨੂੰ ਵੀ ਤੁਸੀਂ ਪੜ੍ਹੋ ਔਰ ਸਿਰਫ ਉਹੀ ਗੱਲ ਮੈਂ ਕਰਾਂਗਾ ਕਿ ਸਿਰਫ ਇਸ ਵਾਸਤੇ ਨਹੀਂ ਕਿ ਤੁਸੀਂ ਸਿਰਫ ਨੰਬਰ ਲੈਣੇ ਨੇ ਜਾਂ ਸਿਰਫ ਤੁਸੀਂ ਪਾਸ ਹੋਣਾ ਹੈ, ਤੁਸੀਂ ਲਾਜ਼ਮੀ ਤੌਰ ਤੇ ਉਹਨਾਂ ਨੂੰ ਪੜ੍ਹ ਕੇ ਆਪਣੀ ਜ਼ਿੰਦਗੀ 'ਚ ਅਪਲਾਈ ਕਰਨਾ ਉਹਨਾਂ ਦੇ ਕਲਾਮ ਨੂੰ। ਔਰ ਦੂਸਰੀ ਚੀਜ਼ ਇਹ ਕਿ ਤੁਸੀਂ ਕੁਰਾਨ ਪਾਕ ਨੂੰ ਪੜ੍ਹਨਾ ਹੈ, ਉਸ ਵਿੱਚ ਜਿਹੜਾ ਤੁਹਾਡੇ ਵਾਸਤੇ ਹਦਾਇਤ ਹੈ ਬਹੁਤ ਵੱਡੀ। ਤੁਸੀਂ ਦੇਖੋਗੇ ਕਿ ਤੁਹਾਡੀ ਜ਼ਿੰਦਗੀ ਦੇ ਸਾਰੇ ਅਸਰਾਜ਼ ਰਮੂਜ਼ ਤੁਹਾਡੇ ਸਾਹਮਣੇ ਖੁੱਲ ਜਾਣਗੇ, ਤੁਹਾਡੀ ਜ਼ਿੰਦਗੀ ਆਸਾਨ ਹੋ ਜਾਏਗੀ। ਔਰ ਛੋਟਿਆਂ ਨੂੰ ਇਹ ਕਹਾਂਗਾ ਕਿ ਤੁਸੀਂ ਆਪਣੇ ਵੱਡਿਆਂ ਦੀ ਇੱਜ਼ਤ ਕਰਨੀ ਹੈ ਤੇ ਵੱਡਿਆਂ ਨੂੰ ਇਹ ਕਹਾਂਗਾ ਕਿ ਤੁਸੀਂ ਛੋਟਿਆਂ ਨਾਲ ਮੁਹੱਬਤ ਵਰਤਣੀ ਹੈ, ਪਿਆਰ ਕਰਨਾ ਹੈ, ਪਿਆਰ ਵੰਡਣਾ ਹੈ। ਤੇ ਇਸੀ ਮੁਹੱਬਤ ਦੇ ਪੈਗਾਮ ਨਾਲ ਮੈਂ ਤੁਹਾਡਾ ਵੀ ਸ਼ੁਕਰੀਆ ਅਦਾ ਕਰਦਾ। ਲੋ ਜੀ, ਐਸੇ ਬੜੇ ਸੋਹਣੇ ਤੇ ਬੜੇ ਚੰਗੇ ਪੈਗਾਮ ਨਾਲ ਅਸੀਂ ਤੁਹਾਡੇ ਕੋਲ ਇਜਾਜ਼ਤ ਚਾਹੁੰਦੇ ਹਾਂ। ਮੈਂ ਨਾਸਿਰ ਅਹਿਮਦ, ਸਈਦ ਇਮਾਦ ਤਾਬਿਸ਼ ਤੇ ਸਾਡੇ ਪ੍ਰਾਹੁਣੇ ਮੁਬਸ਼ਰ ਸਲੀਮ ਹੋਰਾਂ ਨੂੰ ਇਜਾਜ਼ਤ ਦਿਓ। ਤਾੜੀ ਮਾਰ ਉਡਾਨਾ ਬਾਹੂ, ਅਸੀਂ ਆਪੇ ਉਡਨ ਹਾਰੇ ਹੋ। ਰੱਬ ਰੱਖਾ।